ਸਤਨਾਮ ਧੰਨ ਵਾਹਿਗੁਰੂ। ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਤੋਂ ਪਹਿਲਾਂ ਜੋ ਵਿਸ਼ੇਸ਼ ਗੁਰਮਤਿ ਦੀਵਾਨ ਸਜਾਏ ਜਾਂਦੇ ਹਨ, ਆਪ ਜੀ ਰੋਜ਼ਾਨਾ ਇਹਨਾਂ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਗੁਰੂ ਰਾਮਦਾਸ ਜੀ ਦੇ ਕੀਰਤਨੀਏ ਭਾਈ ਹਰਪ੍ਰੀਤ ਸਿੰਘ ਜੀ, ਸਤਿਗੁਰਾਂ ਜੀ ਦੇ ਇਸ ਅਸਥਾਨ ਦੇ ਕੀਰਤਨੀਏ ਗੁਣੀ ਕੀਰਤਨੀਏ ਭਾਈ ਜਗਮੋਹਨ ਸਿੰਘ ਜੀ ਔਰ ਹੁਣੇ ਹੀ ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹ ਆਪ ਜੀ ਨਾਲ ਗੁਰਮਤਿ ਵਿਚਾਰਾਂ ਵੀ ਔਰ ਕੀਰਤਨ ਵੀ ਸਰਵਣ ਕਰਾ ਕੇ ਗਏ। ਭਾਈ ਸਾਹਿਬ ਬਹੁਤ ਕੋਈ ਸ਼ਬਦ ਕਹਿ ਗਏ ਮੇਰੇ ਲਈ, ਬਸ ਮੈਂ ਇੱਕੋ ਗੱਲ ਜ਼ਿਹਨ 'ਚ ਰੱਖ ਕੇ ਤੁਰਨਾ। ਜ਼ਿੰਦਗੀ ਤਿਲਕਣਬਾਜ਼ੀ ਹੈ, ਇੱਥੇ ਕਿਸੇ ਸਵਾਸ ਦਾ ਕੋਈ ਪਤਾ ਨਹੀਂ, ਇੱਕ ਨਿੱਕੀ ਜਿਹੀ ਭੁੱਲ ਸਭ ਕੁਝ ਮਿੱਟੀ ਕਰਾ ਦਿੰਦੀ ਹੈ। ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਿਰੇਰ, ਵੇਖੇ ਚਿੱਟੜ ਥੀਮ ਦੇ ਜਾਮ ਖਿਸੰਦੋ ਪੇਰ। ਇੱਕ ਪੈਰ ਤਿਲਕ ਜਾਏ ਤੇ ਸਭ ਕੁਝ ਚਿੱਕੜ ਹੋ ਜਾਂਦਾ ਹੈ। ਹਾਂ, ਸੰਗਤ ਅਰਦਾਸ ਕਰੇ ਤੇ ਡੋਲਣ ਤੋਂ ਬਚਾ ਲੈਂਦੀ ਹੈ। ਮੈਨੂੰ ਯਾਦ ਹੈ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਆਇਆ ਤੇ ਇਸ ਵੇਲੇ ਭਾਈ ਸਾਹਿਬ ਮੇਰੇ ਨਾਲ ਸਨ ਜੀ। ਅਸੀਂ ਅਨੰਦਪੁਰ ਸਾਹਿਬ ਜਿਸ ਦਿਨ ਸੀਸ ਦਾ ਸੰਸਕਾਰ ਹੋਇਆ, ਸੀਸਗੰਜ ਸਾਹਿਬ ਮੈਂ ਕਥਾ ਕਰ ਰਿਹਾ ਸੀ, ਸ਼ਹੀਦੀ ਦਿਹਾੜੇ, ਅੰਦਰੋਂ ਇੱਕ ਆਵਾਜ਼ ਆਈ, ਦੁਨੀਆ 'ਚ ਇੱਕੋ ਇੱਕ ਮਿਸਾਲ ਹੈ ਕਿ ਮੇਰੇ ਪੈਗੰਬਰ ਦੇ ਇੱਕ ਸਰੀਰ ਦੇ ਦੋ ਸੰਸਕਾਰ ਕੀਤੇ ਗਏ ਆ। ਧੜ ਦਾ ਸੰਸਕਾਰ ਰਕਾਬਗੰਜ ਸਾਹਿਬ ਤੇ ਸੀਸ ਦਾ ਸੰਸਕਾਰ 6-7 ਦਿਨ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੀਸਗੰਜ ਕੀਤਾ ਗਿਆ। ਜਿਹੜੇ ਗੁਰਮੁਖ ਸੀਸਗੰਜ ਗਏ ਹੋਣਗੇ, ਉਹ ਥੜਾ ਉਹੀ ਹੈ ਜਿੱਥੇ ਪ੍ਰਕਾਸ਼ ਹੋਇਆ, ਉਹੀ ਥੜਾ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕਾਰ ਕੀਤਾ, ਪਿਤਾ ਗੁਰਦੇਵ ਦਾ। ਸਾਰਾ ਪਰਿਵਾਰ ਆਇਆ, ਮਾਤਾ ਨਾਨਕੀ ਜੀ ਆਏ, ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ, ਸਤਿਗੁਰੂ ਜੀ ਆਪ ਆਏ, ਗੁਰੂ ਗੋਬਿੰਦ ਸਿੰਘ ਜੀ। ਜਿਸ ਵਕਤ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਦਾ ਸੀਸ ਦੇਖਿਆ, ਜਿਹੜੇ ਸ਼ਬਦ ਉਹ ਨਾ ਕਹੇ ਉਹ ਸੱਚੀ ਮੁੱਚੀ ਸੁਣਨ ਵਾਲੇ ਨੇ। ਮੱਥਾ ਟੇਕ ਕੇ ਸੀਸ ਨੂੰ ਕਿਹਾ, ਸਤਿਗੁਰੂ ਜੀ ਤੁਹਾਡੀ ਨਿਭ ਗਈ ਹੈ, ਮਿਹਰ ਕਰਿਓ ਗੁਜਰੀ ਦੀ ਵੀ ਨਿਭ ਜਾਏ। ਮੈਂ ਕਈ ਵਾਰੀ ਕਹਿਣਾ, ਸਾਖੀ ਖੰਡਨ ਨਾ ਕਰੋ। ਜਿਹੜੀ ਗੱਲ ਗੁਰਬਾਣੀ 'ਚ ਸਮਝ ਨਹੀਂ ਪੈਂਦੀ, ਆਪਣੀ ਬੁੱਧੀ ਨਾਲ ਉਹਦੀ ਚੀਰ ਫੜ ਨਾ ਕਰੋ। ਗੁਰੂ ਅੱਗੇ ਅਰਦਾਸ ਕਰੋ, ਸਾਨੂੰ ਬੰਦਗੀ ਦੇ ਉਹਦੀ ਸਮਝ ਪੈ ਜਾਏ। ਇੱਕ ਗੱਲ ਹੋਰ ਸਾਖੀ ਹੈ, ਗੁਰੂ ਅੰਗਦ ਸਾਹਿਬ ਜੀ ਨੂੰ ਬੜੀ ਕਮਾਲ ਦੀ ਗੱਲ, ਜਦੋਂ ਪੁੱਛਿਆ ਨਾ ਰਾਤ ਕਿੰਨੀ ਲੰਘੀ, ਬਾਬਾ ਬੁੱਢਾ ਸਾਹਿਬ ਜੀ ਵੀ ਦੱਸਿਆ, ਤੇ ਬਾਬਾ ਲਹਿਣਾ ਸਾਹਿਬ ਜੀ ਨੇ ਇੱਕੋ ਗੱਲ ਕਹੀ, ਜਿੰਨੀ ਤੁਸੀਂ ਗੁਜ਼ਾਰੀ ਤੁਹਾਡੀ ਰਜ਼ਾ ਵਿੱਚ ਨਿਕਲ ਗਈ, ਜਿੰਨੀ ਰਹਿ ਗਈ ਬਾਕੀ ਤੁਹਾਡੇ ਭਾਣੇ 'ਚ ਨਿਕਲ ਜੇ। ਗੁਰਮੁਖੋ ਆਪਣਾ ਦਾਅਵਾ ਹੀ ਕੋਈ ਨਹੀਂ ਕੀਤਾ। ਇਹ ਸਾਖੀ ਭਾਵੇਂ ਛੋਟੀ ਹੈ, ਤੁਹਾਡੀ ਰਜ਼ਾ ਤੁਹਾਡੇ ਭਾਣੇ 'ਚ ਨਿਕਲ ਗਈ। ਤੇ ਸਤਿਗੁਰੂ ਸਾਡੇ ਸਭ ਤੇ ਕਿਰਪਾ ਕਰੇ। ਇੱਕ ਇੱਕ ਸਿੱਖ ਗੁਰੂ ਗੋਬਿੰਦ ਸਿੰਘ ਜੀ ਦਾ ਸਰਮਾਇਆ ਹੈ। ਆਓ ਜੀ, ਕੱਲ ਜੋ ਵਿਚਾਰ ਆਪਾਂ ਸ਼ੁਰੂ ਕੀਤੀ ਸੀ, ਮੇਰੀ ਇੱਛਾ ਸੀ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੇ ਬਚਨਾਂ ਤੋਂ ਪਹਿਲਾਂ, ਕਿਉਂਕਿ ਅੱਜ ਜਿਹੜੇ ਸਿਧਾਂਤਕ ਹਮਲੇ ਹੁੰਦੇ ਨੇ ਉਹਨਾਂ ਵੱਲ ਬਿਲਕੁਲ ਘੱਟ ਧਿਆਨ ਹੁੰਦਾ ਹੈ। ਸਭ ਤੋਂ ਵੱਧ ਡੇਰਾਵਾਦ ਪੰਜਾਬ ਵਿੱਚ ਹੈ। ਇਕੱਲੇ ਸਿੱਖਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਅਨਮਤ ਵਾਲੇ
सब तो गल कि ये गल सिद्ध करन दा यतन किया जा रहा है कि जिहड़ी खालसे नूं गुरु गोबिंद सिंह ने दिख दित्ती, इहदा गुरु ग्रंथ साहिब नाल कोई संबंध नहीं। मैं इस करके बेनती की सी जी आपां गुरु ग्रंथ साहिब चों लांगे तो इस गल नूं ज़हन च रख के गुरु नानक साहिब ते गुरु गोबिंद सिंह साहिब जी नूं वख-वख नहीं जानना, तो जिहड़ा गुरु नूं वख जानेगा सच्ची मुच्ची गुरु साहिब ने कहा वो मूर्ख होवेगा। आओ जी करो किरपा, आप जितने सतगुरां दी चरण शरण विच सुभाए मान हो, साध संगत जी असीस बख्शो, सतगुरां जी दी बख्शी फतेह स्वीकार करो। वाहिगुरु जी का खालसा, वाहिगुरु जी की फतेह। कल जिहड़ी विचार आपां प्रारंभ कीती सी उस दी शुरुआत असी धन गुरु नानक साहिब जी दी जप जी साहिब दी बाणी तो कीती सी। आप संगत नूं बेनती कीती सी कि जपजी साहिब दी पहली पौड़ी दियां अंतली तुक अंतलियां तुकां वो प्रश्नोत्तरी है। सतगुरु प्रश्न करदे आ ते आपे नाल उत्तर दिंदे आ। होर खूबसूरती बाणी दी कि जदों आपां सतगुरां दे शब्द दा अभ्यास करने आ, जिहड़े प्रश्न साडे मन च हुंदे ने जां बाणी च प्रश्न रूप शब्द है, ਉਹਦਾ उत्तर किते ना किते अगे बाणी पढ़दियां अवश्य मिल जाता है। वो प्रश्न सी ते मंजिल भी सी कि सचियारा होई है कि कूड़ा टुटा पहाड़, सचियार पुरुष किवें होवे। ते मैं अर्ज करांगा खालसा और सचियार नूं सामने रख के जिहदे अर्थ करांगे ये समान अर्थ ने जी, क्योंकि खालसे दे अर्थ असीं आउण वाले दिन करांगे। एक गुरु गोबिंद सिंह दे दिते अर्थ ने, एक कोश भी दिते अर्थ ने। खालसा शब्द परशियन दा है जी, फारसी दा है। एक तां खालसे दा अर्थ है बिल्कुल प्योर शुद्ध, दूसरा खालसे दा अर्थ है कि जमीन दा वो टुकड़ा जां वो वस्तु जिहदा फैडरल नाल सेंटर नाल संबंध होवे, ਉਹਦਾ ਸਟੇਟ ਨਾਲ ਸੰਬੰਧ ਨਾ ਹੋਵੇ। ਫਿਰ ਅਰਜ ਉਹਦਾ ਰਾਜੇ ਨਾਲ ਸੰਬੰਧ ਨਾ ਹੋਵੇ, ਉਹਦਾ ਸੰਬੰਧ ਸਿੱਧਾ ਬਾਦਸ਼ਾਹ ਨਾਲ ਹੋਵੇ। ਖਾਲਸਾ ਉਹ ਅੰਦਰ ਹੈ ਜਿਹਦਾ ਸੰਬੰਧ ਸਿੱਧਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੈ। ਦੋ ਅਰਥ ਵਿਦਵਾਨ ਪੁਰਸ਼ ਕਰਦੇ। ਫਿਰ ਮੈਂ ਜਿਹੜੀ ਬੇਨਤੀ ਕੀਤੀ ਸਚਿਆਰ ਪੁਰਸ਼, ਸੱਚ ਇਹ ਵੇ ਜੀ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਸ ਇਹਦੀ ਵਿਆਖਿਆ ਕਰ ਰਹੀ ਬੰਦਾ ਸਚਿਆਰ ਕਿਵੇਂ ਹੋਵੇ। इत्थे सवाल सी किव सचियारा हुई है, किव कूड़ा टुटा पाल। अगे सतगुरां ने आप ही उत्तर दिता, उहदे विच कोई गिनती मिनती नहीं की। तू आ कर दो गल्लां विच उत्तर दे दिता कि जो कुछ परमात्मा ने तेरे नाल हुक्म लिख दिता है ਉਹਦੀ रज़ा विच ते ਉਹਦੀ हुक्म विच चलना शुरू कर दे। ਜਿਹੜੇ रज़ा विच ਚੱਲਣ ਲੱਗ ਪੈਣ, हुक्म ਨੂੰ ਮੰਨਣ ਲੱਗ ਪੈਣ, ਉਹਨਾਂ ਦੇ ਕੂੜ ਦੀ ਪਾਲ ਟੁੱਟ ਜਾਂਦੀ है। हुक्म रज़ाई चलना नानक लिखिया नाल। कल एक अर्ज मैं होर कीती सी, मैं इस करके पिछली कथा दोहराना वा कि मैं आप जी तो कुछ सिखा भी। 88ਵੀਂ पौड़ी जिहड़ी है जी ये निचोड़ है सचियारता का। अगे सारे जदों भाई साहब दे बचन पढ़ांगे वो सारे बचन आउणगे। उस विच कल मैं अर्ज की गुरमुखो केवल बाहरमुखी बुत का नाम सिख नहीं, सिख धुर अंदर दी रहत दा नाम है। जिस दे अंदर दी रहत है बाहरमुखी उहदा जीवन है। सच एवे कि वो ही खालसा है जिहा जियो निर्मल ते बाहरों निर्मल है, जिहड़ा दिलों मुहब्बत जिन से ही सचिया वो सचियार है। उत्थे सतगुरां ने सोना घड़न की उदाहरण दिती, क्योंकि उदाहरणां रहणियां ने यही। जिन्ना मर्जी अगे चले चलो आधुनिक बंदे कई कहते साडे बच्चों नूं समझ नहीं पैंदी। वो गुरमुखो बच्चों नूं समझाउण लई पिछोकड़ बाणी वाल लैके चलीए, बाहर दीयां उदाहरणां किन्नियां कुछ दे लांगे। उत्थे सतगुरु ने पुरातन उदाहरण दित्ती है गहना घड़न दी, सोना घड़न दी। ते कल मैं आप जी नूं एक बेनती कीती सी, घड़ियां होईयां चीज़ां दी कीमत पै जांदी है। कच्चा लोहा मैं उदाहरण देन लगा, हज़ारां दा क्विंटल मिल जाता है। घड़िया होया उसे लोहे का निक्का जिहा टुकड़ा जो मशीन का पुरजा बनता 100 ग्राम की कीमत हज़ारां पै जाती है।
क्योंकि घड़िया होया ना, घड़े हुए जीवन की कीमत है। उत्थे सतगुरु ने जिहड़े रूहानी शब्द कहे ਉਹਦੇ ਵਿੱਚ 8 गुण दसे आ। गुरमुखो ये 8 गुण जिस सिख विच पैदा हो गए, वही सचियार है, वही खालसा है, वही गुरमुख है, वही गुरसिख है, वही ब्रह्म ज्ञानी है, वही साधक है, वही भगत है, वही हर जन है। वो 8 गुणों विचों सब तो पहला गुण है बंदे का करैक्टर। जत पहारा, मैं रिपीट कर लगा, पहारा का अर्थ मैं कल किया सी दुकान। महाराज कहते जिमें सुनार दुकान ते बैठ के, क्योंकि वह चलता फिरदा गहना नहीं घड़ेगा, उन्होंने अड्डा चाहिए, अड्डा समझने ना, बहन लई टिकाणा चाहिए, दुकान चाहिए। महाराज कहते ने जे अंदर का जीवन घड़ना है, सब तो पहला तेरे अंदर तेरी इंद्रियां का संयम होवे। हुण फिर बेनती, उस दिन भाई साहब ने शब्द पढ़िया, मैं बड़ी बारी अर्थ किए, पर उस दिन जो क्या ना, कंचन नारी में जियो लुभत है, यदा मतलब जी का ललचा जाना, किसी नूं वेख के अंदर मलीन फुरना पैदा हो जाना, ये भी नीच कर्मां च गिणिया गया है। सतगुरां ने कहा जत पहारा तेरा संयम होवे। हुण कई बार असीं कह दिंदे हां महाराज ने गृहस्थ दिता जी, सब कुछ प्रवान है, सब तो वड्डा झूठ है। गृहस्थी का अर्थ ये वे जिहड़ा मरण तो पहला दोवें जी अपनियां इंद्रियां ते काबू पा जान। वेखो सो गिरही जत बहारा, सो गिरही जो निग्रहो करे। गुरमुखो अपनियां इंद्रियां रोक ले, जप तप संयम भीख्या करे। वो गुरमुखो तां वेखो 3 शब्द जप तप संयम, ये भी कई दिन बेनती बड़ा रौला पाते, जप की कोई थां नहीं जी, तप की कोई थां नहीं जी, हठ की कोई थां नहीं, गुरमत मंनदी नहीं। तो बाद सारे अरदास करके कहते जपियां तपियां हठियां। उदों ने किसी पूछा भी हठियां का इत्थे क्यों शब्द आ गया? वो हठ तो बिना तो जपजी साहब का पाठ नहीं हुंदा। ये मन नूं काबू करना होवे ते हठ तो बिना काबू नहीं होना जी। मेरी बेनती है जप तप संयम भीख्या करे। कहते ने जे गृहस्थी बन के इंद्रियां ते काबू पाना है, चेते रखी तेरे कोल 3 चीज़ां होण, एक जप होवे, जप दा तप होवे। बाणी च कदी तप जप नहीं आया ज़्यादा पाठ, जप तप आया है, क्योंकि जिहड़ा 2 घंटे बैठ के वाहिगुरू वाहिगुरू जपदा, उन्होंने पुछ के देखियो गुरमंत्र दा तप की है। जप ही तप है। जप तप ये 3 शब्द इकट्ठे मिलणगे जी। जप तप संयम धर्म ना कमाया। संयम नहीं पहला किया, क्योंकि धक्के नाल इंद्रियां नूं रोक के कीता होया संयम बलास्ट करेगा, वो फटेगा एक दिन। जदों अंदर वाला वाहिगुरू जी दे जप भी जुड़ जाएगा, वो संयम वो होवेगा जिहड़ा अंदर नूं कदी डोलन नहीं देगा। फिर अर्ज है, कल मैं एक बेनती की, गुरु ग्रंथ साहिब च एक बचन है जी, सप वड़ गया खुड च, साडे बाहर च खुड कहंदे सन जी, कई रुड कहंदे हैं ना जी। गुरु ग्रंथ साहिब च वर्मी शब्द आया, सप वड़िया पै खुड च। साडी समस्या सब दी वे, असी लोकां नूं विखाण लई उत्तों खुड का मूँह बंद करके लिंबी जाने, ते नाल कही जाने हुण कोई परवाह नहीं, उत्तों मूँह लिंब दिता। मूँह तो समझ गया ना, खुड का जिहड़ा मूँह है वो उत्तों मिट्टी नाल भर दिता है। तो गुरु साहब कहते तेरे भाणे सप मर गया, ये तू विखावे दी अखां बंद करके मत इस खुडा नूं लिप, क्योंकि अंदर वाली वासना का सप जिंदा है, वो सुन के किसी वेले भी फुंकारा मार सकता है, उन्होंने कढ़ के मार। फिर बेनती है, वर्मी मारी सांप ना मरी, कि खुड मारिया कि सांप मरिया। मैं कहना कुर्बान जावा सतगुरु तो। कहते ने गृहस्थी होवे जिहदे घर च जप है, जप दा तप है, तप विचों जिहड़ा रस निकलदा है वो फिर इंद्रियां दे रस तो बहुत अगे है, क्योंकि उन्होंने कोई इंद्री का रस प्रभावित नहीं कर सकता। फिर अर्ज है जी, सो गिरही जो निग्रह करे, जप तप संयम भीख्या करे, पुण्य दान का करे शरीर, सो गिरही गंगा का नीर, ऐसा जति होवे। मेरी अर्ज है कि जत करैक्टर, उस तो बाद अगली जत पहारा धीरज सुनियार। धीरज तो बिना जिंदगी नहीं घड़ी जाती। इत्थे गुरमुखो एक खिन विच भी हुण आपां आए हैं, एक तो आसवंद कल मैं आपको एक चलद्या बेनती की सी भी आप 15 दिन ना तकरीबन 12 दिन जिन्नी को लोड़ है गड्डी च ओना बोलीए, जिन्नी को लोड़ है ओना गुरुद्वारे बोलीए।
ये 10-12 दिन ही गुरु गुरु जपते आइए, गुरु गुरु जपते जाइए, पता नहीं किस बंदे की जिंदगी च केड़ी घड़ी तब्दीली आ जानी है। आसवंद होके आइए। गुरु साहब जी ने शब्द वरतिया जी, मेरी अर्ज है कि धीरज एक पासे इन्ना धीरज है, सारा जन्म ला के भी कहते दावा कोई नहीं अजे आस नाल जीना पिया, बहुत जन्म बिछड़े थे माधो, ये नहीं कहा भी कहते बस ला दिता, पर अजे भी दावा नहीं करते, आस ही है कि डा वड्डा धीरज है। बहुत जन्म बिछड़े थे माधो, ये जन्म तुम्हारे लेखे, कह रविदास आस लग जीवों चिर भयो दर्शन देखे। धीरज परमार्थ विच धीरज बड़ी वड्डी गल रखता है। मैं एक बार अर्ज की सी प्रोफैसर पूरन सिंह जी, क्योंकि जिहड़े सज्जना ने उन्होंने पढ़िया है तो मैं बेनती करांगा वो जरूर पढ़ियो उन्होंने, खास करके एक किताब उन्होंने चुप प्रीत दा शहनशाह वपारी, वो इन्नी बरीक है, इन्नी आम बंदा किताब इन्नी कुए, मेरा ख्याल मैं वो 5 वारी उहदा पाठ किया पर गल फिर सिर तो उत्ते निकल जाती। इन्ना गहरा वो बंदा लिखता, क्योंकि उसका अभ्यास बहुत सी जी। उहदे विच उन्होंने एक जिक्र किया है शेख बहलोल दा, धीरज की हुंदा है। उस विच उन्होंने उस किताब का जिक्र नहीं किया, धीरज किड्डा वड्डा है। शेख बहलोल गुरु नानक साहब जी नूं मिलिया बगदाद, उन्हें कीर्तन सुनिया। जिस वक्त हजूर इत्थों वापस आए, वो 60 सर्दियां बंदा उत्थे बैठा रहा जिथे बैठ के उन्हें गुरुदेव तो कीर्तन सुनिया सी। एक किताब है स्नो बर्ड्स, ਉਹਦੇ ਵਿੱਚ ਇਹਦਾ हवाला दिता है कि 60 सर्दियां, ਇਹਦਾ मतलब 60 साल बंदा सिर्फ ਉੱਥੇ ਧੀਰਜ ਨਾਲ बैठा रहा। ਇੱਥੋਂ तक ਕਹਿੰਦੇ उस बंदे ਦੇ शरीर ਵਿੱਚ ਇੰਨੀ ਕੁ ਰਹਿਮਤ ਵਰਦੀ ਸੀ, ਉਹ ਅੱਖਾਂ ਭਰ ਕੇ ਕਿਸੇ ਵੱਲ ਤੱਕਦਾ ਸੀ, ਉਹਦੇ ਅੰਦਰ ਅੱਲਾ ਦਾ ਨਾਮ ਚੱਲਣ ਲੱਗ ਪੈਂਦਾ ਸੀ, ਉਹਦਾ ਔਰਾ ਇੰਨਾ ਜ਼ਬਰਦਸਤ ਸੀ। मैं आपको बेनती करांगा, पहली गल जत पहारा, दूजी गल धीरज सुनियार, तीसरा है अहरन मत। इस गल आप कर चुके हैं। मत बड़ी चंचल जे जी, मत दे पढ़ान एक दिन भाई साहब कह रहे सन कि बुद्धि, मैं क्या बुद्धि दे गुरबाणी मुताबिक बड़े पलान है। एक है चंचल बुद्ध, एक है बवेक बुद्ध, एक है आंग बुद्ध। ये ज्यों ज्यों बंदा उम्र ढलदी है, जे रब मेहर करे तो बंदे दी बुद्धि दे पड़ां चेंज हुंदे आ। आप विच कई सज्जन बैठे होणगे जिहड़े अज तो 15 साल पहला सोच रहे सन, अज बुद्धि चेंज हो चुकी है। वो बुद्धि नहीं रहिंदी, जे शरीर विकास करदा तो बुद्धि भी करदी है उत्थे, क्योंकि मत जिहड़ी है ते ये हैंडल करदी जे मन नूं। इत्थे गुरु जी ने मन नहीं किया, याद रखियो, इत्थे नहीं क्या मन, इत्थे मत क्या, क्योंकि मत ड्राइवर है, उन्हें मन चलाना है। मैं फिर बेनती करांगा, मैं गल रिपीट करी जाऊँगा, ये नहीं कि आप जी नूं समझ नहीं पैंदी। देखो जिहड़ा ये जत पहारा है ना, असल च इहदा जिक्र पहला सरमखंड च आ चुका है। तिथा घड़िया सुरत मत मन बुद्ध। मत हैंडल करदी मन नूं ते मत नूं हैंडल करदी है संगत। जिहो जी बंदा संगत करेगा, साडे पुराने साडी माँ एक गल कहंदी हुंदी है जी, कहंदी वे गवांढ दा रूप नहीं आउंदा, पुत्र गवांढ दी मत आ जांदी है। जिहो जी संगत होवेगी मत ओहो जी बनेगी, जिहो जी मत होवेगी मन उहदे इशारे ते चलेगा, क्योंकि मन फुरने बनांदा है, मत उहदे फैसले करदी है चंगा है कि मंदा। जिस बंदे दी मत नीवी हो जाए, गुरमुखो याद रखो, वो कभी शुद्ध हो ही नहीं सकता। मन मैला हो जाए पर मत उच्ची हो, बंदा कभी डोल नहीं सकता। रोज़ पढ़ते हो सिखां दा मन नीवा, क्योंकि मत हैंडल करदी, इनू चलांदी है जी। सिखां दा मन नीवा मत उच्ची। इसे करके कबीर साहब जी ने क्या एक शब्द कहो, कबीर प्रगट पे खेड़ लेले को चूंगा निद पेट। पेट मत है, लेला मन है। चाहिए ऐसी कि लेला भेड़ नूं चुंगदा, लेला भेड़ पिछे तुरदा। इत्थे उल्टी गल हो गई, भेड़ लेले नूं चुंगी जांदी दा भाव अर्थे वे मत जिहड़ी ओह मन दे पिछे कमली हो के तुरी फिरदी। गुरु साहब ने ना शब्द लिया, जत पहारा धीरज सुनियार ऐरन मत, क्योंकि मत नूं डुलाण वाले बड़े जे। दुख भी मत नूं डुलांदा है, सुख भी मत नूं डुलांदा है।
ਨਿੰਦਿਆ ਵੀ ਮੱਤ ਨੂੰ ਰੁਲਾਉਂਦੀ ਏ, ਪਰਿਵਾਰ ਦੀਆਂ ਪਰੇਸ਼ਾਨੀਆਂ ਵੀ ਮੱਤ ਨੂੰ ਰੁਲਾਉਂਦੀਆਂ ਨੇ। ਕਈ ਵਾਰੀ ਬਹੁ ਗਿਣਤੀ ਪਖੰਡੀਆਂ ਦੀ ਹੋ ਜਾਏ, ਮਨ ਫਿਰ ਵੀ ਡੋਲਦਾ, ਯਾਰ ਸਾਰੀ ਦੁਨੀਆ ਉੱਤੇ ਜਾਂਦੀ ਹੈ, ਆਪਾਂ ਹੀ ਇਕੱਲੇ ਬੈਠੇ ਹਾਂ। ਐਰਨ ਮੱਤ ਜਿੰਨੀ ਮਰਜ਼ੀ ਸੱਟਾਂ ਵੱਜਣ, ਕਦੀ ਐਰਨ ਲੋਹਾਰ ਤੇ ਸੁਨਾਰ ਨੂੰ ਉਲਾਮੇ ਨਹੀਂ ਦਿੰਦੀ। ਗੁਰਮੁਖੋ ਜ਼ਿੰਦਗੀ 'ਚ ਜਿੰਨੀਆਂ ਮਰਜ਼ੀ ਸੱਟਾਂ ਵੱਜਣ, ਮੇਰਾ ਗੁਰੂ ਜੀ ਕਹਿੰਦਾ ਜੀਵਨ ਤਾਂ ਘੜਿਆ ਜਾਏਗਾ ਜੇ ਅਡੋਲ ਮੱਤ ਰਹੇਗੀ। ਅਡੋਲ ਮੱਤ ਤਾਂ ਰਹੇਗੀ ਜੇ ਅਡੋਲ ਗੁਰੂ ਨਾਲ ਜੁੜੇਗੀ। ਤਾਂ ਇੱਕ ਬਚਨ ਹੁੰਦਾ, ਭਾਈ ਸਾਹਿਬ ਤੁਸੀਂ ਸ਼ਬਦ ਪੜ੍ਹਿਆ, ਤੂੰ ਮੇਰੋ ਮੇਰ ਪਰਬਤ ਸੁਆਮੀ, ਉਹ ਹੈ ਮੱਤ ਅਡੋਲ ਹੋ ਗਈ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਮੱਤ ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਖਰ ਮੇਰੀ। ਮੈਂ ਇੱਕ ਉਦਾਹਰਨ ਦੇਣਾ, ਜਿਹੜੇ ਗੜ੍ਹ ਸ਼ੰਕਰ ਦੇ ਇਲਾਕੇ ਦੇ ਸੱਜਣ ਨੂੰ ਪਤਾ ਹੋਣਾ, ਉੱਥੇ ਭਾਈ ਤਿਲਕਾ ਜੀ ਇੱਕ ਹੋਏ ਨੇ। ਗੁਰੂ ਅਰਜਨ ਸਾਹਿਬ ਦੇ ਵੇਲੇ ਹਮ ਭਾਈ ਤਿਲਕੂ ਜੀ ਕਹਿੰਦੇ, ਉਹ ਭਾਈ ਤਿਲਕਾ ਨੇ ਜੀ ਬਾਣੀ ਪੜ੍ਹਦੇ ਸਨ, ਗ੍ਰਸਤੀ ਬੰਦੇ, ਕਿਰਤ ਕਰਨੀ, ਭਜਨ ਬੰਦਗੀ ਹਰ ਵੇਲੇ ਕਰਨੀ। ਉੱਥੇ ਇੱਕ ਜੋਗੀ ਨੇ ਨਾ ਜੀ ਚਲੀਏ ਕੱਟੇ ਜਾਂ ਬਹੁਤ ਉਹਨੇ ਸਾਧਨਾ ਕੀਤੀ, ਯੋਗ ਸਾਧਨਾ ਵੀ ਸੀ, ਕਰਾਮਾਤ ਵੀ ਸੀ, ਕੁਦਰਤੀ ਇਕਾਗਰਤਾ ਵਿੱਚ ਆਉਣੀ ਹੀ ਆਉਣੀ ਹੈ। ਇਹਨੂੰ ਇੱਕ ਕੁਦਰਤ ਦਾ ਨੇਮ ਹੈ ਜੀ ਪਰਮਾਤਮਾ ਦਾ। ਉਹਨੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਜਿਹੜਾ ਮੇਰੇ ਦਰਸ਼ਨ ਕਰੇਗਾ ਉਹ ਸ਼ਿਵਪੁਰੀ 'ਚ ਜਾਏਗਾ, ਬ੍ਰਹਮਪੁਰੀ 'ਚ, ਜਿਹੜੀਆਂ ਪੁਰੀਆਂ ਨੇ। ਸੱਚੀ ਮੁੱਚੀ ਦੁਨੀਆ ਇਕੱਠੀ ਹੋ ਗਈ, ਪੁੱਛੋ ਕੋਈ ਨਾ। ਐਵੇਂ ਆਪਾਂ ਰੌਲਾ ਪਾਈ ਜਾਣਾ, ਮੈਂ ਨੈਗੇਟਿਵ ਨਹੀਂ ਕਹਿੰਦਾ ਵੀ ਸਿੱਖ ਬੜੇ ਸੁਚੇਤ ਨੇ, ਐਵੇਂ ਝੂਠ ਨਾ ਬੋਲੀ ਜਾਈਏ। ਇੱਥੇ ਯਾਦ ਰੱਖਿਓ, ਤੁਸੀਂ ਕਿੰਨੇ ਕਿੰਨੇ ਸਾਲਾਂ ਦੀ ਕਥਾ ਸੁਣਦੇ ਹੋ, ਅੱਜ ਪਖੰਡੀ ਆ ਜਾਏ ਇਦੋਂ ਕਈ ਗੁਣਾ ਵੱਧ ਸੰਗਤ ਉਹਦੇ ਕੋਲ ਚਲੀ ਜਾਣੀ ਹੈ। ਇਸ ਤਰ੍ਹਾਂ ਜੀ ਆਪੋ ਆਪਣੀ ਸੰਗਤ ਤੇ ਆਪੋ ਆਪਣੇ ਬਾਬੇ ਨੇ, ਗੁੱਸਾ ਨਾ ਕਰਿਓ ਇਸ ਗੱਲ ਦਾ। ਪੇਟ ਪਾਤ ਆਪਣ ਤੇ ਜਲੇ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਰੁੱਖ ਨੂੰ ਕੋਈ ਨਹੀਂ ਜੇ ਸਾੜਦਾ, ਰੁੱਖ ਨੂੰ ਬੇਈਮਾਨ ਪੱਤੇ ਸਾੜਦੇ ਨੇ। ਜੇ ਪੱਤੇ ਅੱਗ ਨਾ ਫੜਦੇ ਤੇ ਰੁੱਖ ਕਿਉਂ ਸੜਦਾ? ਕੌਮ ਕਦੀ ਖਤਮ ਨਾ ਹੁੰਦੀ, ਆਪਣੇ ਪੱਤੇ ਇਹਨੂੰ ਸਾੜਨ ਤੇ ਚੁੱਲੇ ਹੋਏ ਆ। ਪੱਤੀ ਸਾੜ ਗਿਆ, ਪੇਟ ਪਾਤ ਆਪਨ ਤੇ ਚੱਲੇ, ਪ੍ਰਭ ਕੈ ਪੰਥ ਨਾ ਕੋਊ ਚੱਲੇ। ਗੁਰੂ ਗੋਬਿੰਦ ਸਿੰਘ ਕਹਿੰਦੇ ਪੱਤਿਆਂ ਨੂੰ ਹੀ ਸੜੀ ਜਾ ਰਿਹਾ। ਜੇ ਪੱਤੇ ਬੇਈਮਾਨ ਹੋ ਗਏ ਨਾ, ਤੇ ਮੈਂ ਇਹਦੇ ਅਰਥ ਇਹ ਵੀ ਕਰਨਾ, ਸੱਚੀ ਮੁੱਚੀ ਅਸੀਂ ਪੱਤੇ ਹਾਂ, ਅੱਗ ਨਾ ਫੜੀਏ ਨਹੀਂ ਤੇ ਸੜ ਜਾਏਗਾ। ਉਹ ਸਾਰੀ ਦੁਨੀਆ ਚਲੀ ਗਈ, ਭਾਈ ਤਿਲਕੂ ਜੀ ਨਹੀਂ ਆਏ। ਉਹਨੇ ਕਿਹਾ ਕੋਈ ਰਹਿ ਤੇ ਨਹੀਂ ਗਿਆ ਸਵਰਗ ਜਾਣ ਤੋਂ? ਉਹਨਾਂ ਕਿਹਾ ਕੋਈ ਸਿੱਖ ਨਹੀਂ ਆਇਆ। ਤੇ ਮੇਰੀ ਇੱਕ ਬੇਨਤੀ, ਜੇ ਆਪਾਂ ਰਾਤੀ ਨਾਮ ਜਪਣੇ ਆ ਨਾ, ਇਹ ਇੱਥੇ ਵੀ ਬਿਮਾਰੀ ਹੈ ਧਾਗਿਆਂ ਦੀ, ਹੈ ਨਾ। ਇਹ ਤਵੀਤੂਤ ਇੱਥੇ ਵੀ ਲੋਕ ਘਰਾਂ 'ਚ ਪਾਉਂਦੇ ਨੇ ਜੀ, ਇਸ ਤਰ੍ਹਾਂ ਹੀ ਹੈ ਨਾ ਜੀ। ਮੰਤਰ ਆਪਣਾ ਅਸਰ ਕਰਦਾ, ਇਹਨੂੰ ਭੁਲੇਖੇ 'ਚ ਕੱਢ ਦਿਓ। ਜਿਸ ਬੰਦੇ ਨੇ ਜਿਸ ਮੰਤਰ ਦੀ ਸਾਧਨਾ ਕੀਤੀ ਹੈ, ਮੰਤਰ ਬਸ ਕਰਾ ਦਿੰਦਾ ਹੈ। ਭਾਈ ਮਰਦਾਨਾ ਵਰਗਾ ਗੁਰਮੁਖ ਬੰਦਾ ਨੂਰ ਸ਼ਾਹ ਜਾਦੂਗਰ ਨੇ ਪਲਟ ਦਿੱਤਾ ਫੜ ਕੇ, ਇਸ ਤਰ੍ਹਾਂ ਹੀ ਹੋਇਆ। ਪਰ ਜਦੋਂ ਗੁਰੂ ਨਾਨਕ ਸਾਹਿਬ ਸਾਹਮਣੇ ਗਏ, ਚੇਤੇ ਰੱਖਿਓ ਉਹਦੇ ਮੰਤਰ ਦਾ ਭੋਗ ਪੈ ਗਿਆ, ਕਿਉਂਕਿ ਸਤਿਗੁਰ ਅਗੰਮ ਅਗਾਤਪੁਰ, ਕਿਹੜਾ ਝੱਲੇ ਗੁਰੂ ਦੀ ਝਾਲਾ। ਗੁਰੂ ਨਾਨਕ ਸਾਹਿਬ ਦੀ ਝਾਲ ਝੱਲ ਸਕਨੇ? ਇਹ ਜਿਹੜਾ ਮੂਲ ਮੰਤਰ ਕਰਦੇ ਹੋ, ਗੁਰਮੰਤਰ ਪੜ੍ਹਦੇ ਹੋ ਗੁਰਮੁਖੋ, ਇਹ ਜਪਜੀ ਸਾਹਿਬ ਪੜ੍ਹਦੇ ਹੋ, ਇਸ ਬਾਣੀ 'ਚ ਇੰਨੀ ਵੱਡੀ ਤਾਕਤ ਹੈ, ਦੁਨੀਆ ਦਾ ਕੋਈ ਮੰਤਰੀ ਇਹਨੂੰ ਕੱਟ ਨਹੀਂ ਸਕਦਾ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਆਕਾਹਾਰ ਕਰ ਰੋਣਾ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਗੁਰਮੁਖੋ। ਇਹ ਗੁਰਮੰਤਰ ਐਵੇਂ ਆ ਗਿਆ, ਇਹ ਬਾਣੀ ਐਵੇਂ ਆਈ ਹੈ? ਨਹੀਂ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਿਆਈ, ਬਾਬਾ ਪੈਦਾ ਸੱਚਖੰਡ, ਪੈਦਾ ਦਰਥ ਸਰੂਪਾ ਮਿਲਿਆ ਜੀ। ਉਹ ਗੁਰਮੁਖੋ, ਇਹ ਵਾਹਿਗੁਰੂ ਗੁਰਮੰਤਰ ਵਾਹਿਗੁਰੂ ਦੇ ਘਰੋਂ ਮਿਲਿਆ, ਇਹ ਮੂਲ ਮੰਤਰ ਦਾ ਸਰੂਪਾ ਮਿਲਿਆ। ਤੇ ਮਹਾਰਾਜ ਜੀ ਨੇ ਜਨਮ ਸਾਖੀ ਵਾਲੇ ਕਿਹਾ, ਕਹਿੰਦੇ ਨੇ ਜਦੋਂ ਮਹਾਰਾਜ ਜੀ ਨੇ ਆਇਆ ਨਾ, ਜਪ ਆਦ ਸੱਚ ਜੁਗਾਦ ਸੱਚ, ਉੱਥੇ ਲਿਖਿਆ ਜਪ ਪੂਰਾ ਹੁਆ। ਤੇ ਜਨਮ ਸਾਖੀ ਵਾਲਾ ਖਿਆਲ ਕਰਦਾ, ਪਰ ਢੁਕਵੇਂ ਨੇ। ਕਹਿੰਦੇ ਨੇ ਵਾਹਿਗੁਰੂ ਜੀ ਨੇ ਸ਼ਬਦ ਕਹਿ ਨਾਨਕ, ਜਾਓ ਲੋਕਾਂ ਤਾਈਂ ਨਾਮ ਅੰਮ੍ਰਿਤ ਪਿਆਲ, ਆਪ ਪੀ ਗ੍ਰਸਤ ਵਿੱਚ ਉਦਾਸ ਰੱਖਣ ਦਾ ਪੰਥ ਚਲਾ। ਜਿਹੜੇ ਕਹਿੰਦਾ ਪੰਥ ਚਲਾਇਆ ਗੁਰੂ ਗੋਬਿੰਦ ਸਿੰਘ ਜੀ ਨੇ, ਪੰਥ ਦੀ ਸ਼ੁਰੂਆਤ, ਪੰਥ ਪ੍ਰਚਾਰਿਆ ਗੁਰੂ ਗੋਬਿੰਦ ਸਿੰਘ ਜੀ, ਪੰਥ ਪਰਚੁਰ ਕਰਬੇ ਕੋ ਸਾਜਾ। ਤੇ ਮੈਨੂੰ ਇਹ ਵੀ ਗੱਲ ਸੱਚੀ ਜੇ, ਮੈਂ ਕਹਿੰਦਾ ਮਹਾਰਾਜ ਨੇ ਪਹਿਲਾਂ ਕਿਹਾ ਵੀ ਇਹ ਪੰਥ ਕਾਬੂ ਕੂਬੂ ਆਉਣ ਵਾਲਾ ਨਹੀਂ, ਇਹ ਵਾਹਿਗੁਰੂ ਇਹ ਤਾਂ ਚੱਲਣਾ ਨਾਲ ਤੂੰ ਹੋਵੀਂ। ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਜੇ ਤੁਹਾਡੀ ਮਦਦ ਹੋਵੇਗੀ, ਸਹਾਇਤਾ ਹੋਵੇਗੀ। ਮੈਂ ਫਿਰ ਬੇਨਤੀ ਕਰਾਂ, ਉੱਥੇ ਕਿਹਾ ਜਪ ਤਪ ਸੰਯਮ ਨਾਮ ਅੰਮ੍ਰਿਤ ਪਿਆਨ ਦੀ ਗੱਲ ਕਹੀ। ਅਗਲੀ ਗੱਲ ਉੱਥੇ ਸੁਣਨ ਵਾਲੀ ਹੈ, ਸਾਡੇ ਸਤਿਗੁਰੂ ਕੀ ਨੇ, ਅਸੀਂ ਕਿਉਂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ। ਵਾਹਿਗੁਰੂ ਜੀ ਨੇ ਕਿਹਾ, ਨਾਨਕ
जिस ऊपर तेरी नज़र तिस ऊपर मेरी नज़र, जिस ऊपर तेरा कर्म तिस ऊपर मेरा कर्म, कर्म फारसी दा लफ्ज़ बख्शिश, जिस ऊपर तेरी नज़र तिस ऊपर मेरी नज़र, जिस ऊपर तेरा कर्म तिस ऊपर मेरा कर्म, मेरा नाम पार ब्रह्म परमेश्वर, तेरा नाम गुरु परमेश्वर। अर्ज है सारे लोग चले गए, मैं साखी जानबूझ के लिए जी, सारे चले गए। उन्हें कहा जी तिलका नहीं आया, भाई तिलका जी बारे कहने लगे वो रह गया जी, वो स्वर्ग तो रह जाएगा, इतने धरती बुलाओ। वो बुलान गए जी, भाई तिलका कहना मेरा राह ही कोई नहीं स्वर्ग, मेरी मंजिल कोई नहीं स्वर्ग। ये इकबाल ने भावें इस्लाम की गल करते, उन्हें कहा असल में स्वर्ग थकिया होया दा पड़ा है, रब दा घर तां है। संतां ने दोनों के कांटे फेर फेर दिते आ, कवन नरक क्या सुरग बेचारा, संतन दो राधे नहीं राधे रद्द कर दिते। उन्होंने सामने संत को लै गए जी, नरक तो बचनी तां बंदगी कर, जे स्वर्ग जानी ते तां बंदगी कर। उन्हें कहते दोनों कागज पाड़ के रद्दी सट दिते, कहता नरक का डर कोई नहीं, स्वर्ग में जाना कोई नहीं, मेरा संबंध सीधा मेरे महबूब वाहिगुरू दे नाल है, मैं उसमें जाना। संतन दो राधे हम कहूँ कि कान ना कढ़ते, हाँ ये हाथ नाल नहीं, हम कहूँ कि कान ना कढ़ते अपने गुर प्रसादे। वो गया ही नहीं जी भाई तिलका, अखीर ते जोगी चल के गया, कहता मैं चाहना। भाई साहब ने बूहा बंद कर लिया अपने घर का। गुरमुखो याद रखो, जिस पिछे इन्ने लोग लगे होण, करामाती अज भी सच्ची जे कोई बाबा सोने की मुंदरी कढ़ दे हत्थ चो, आप कहना ये तो गुरु नानक साहब की बड़ी किरपा है, यही कहन लग पे ने। नहीं प्यारिओ याद रखो, तुहाडे गुरु ने जिहदे तो लोग सोना चांदी मंगते सन, सच एवे कि धन गुरु गोबिंद सिंह महाराज जी ने उस दिन क्या लोग गंगा गोदावरी ते जमुना को मंगते ने, गुरु ने कंगन ला के वो झोली विच भी पा दिते, तू भी मंगती है। वो भाई साहब ने बूहा बंद कर लिया, भाई तिलके ने, वो बाहर खलो कहता मैं तुहानूं दर्शन देण आया। बूहा क्यों बंद, कहता मैं तेरे दर्शन कोई नहीं करने। आख है ऐरन मत को डुला सके, गुरमत मत अचल है, गुरु की मत नहीं चलाए मान। उन्हें कहा मेरे दर्शन कर ते मैं स्वर्ग देना आया। वो कहता इसे करके तेरा मुंह नहीं देखना चाहता, मैं स्वर्ग नहीं जाना, मेरे लिए गुरु नानक साहब की संगत ही मेरा बैकुंठ है। उन्हें फिर खीर ते कह के और बूहा खोल, मैं तेरे दर्शन करने ने। भाई तिलका जी ने बूहा खोलिया, वो दौड़ के चरना ते डिग पिया। गुरमुखो अचल मत वाला उस जोगी नूं लैके गुरु अर्जुन देव दे चरना च आया सी, वो सिख बनया। मैं बेनती करा, गुरु जी कहते आ जे जीवन घड़ना है खालसा जी बनना है। गुरु गोबिंद सिंह जी ने जिन्हों खालसा बनाया उन्होंने 38वीं पौड़ी च खालसा जी बनना है ते जत पहारा धीरज सुनियार। गुरु गोबिंद सिंह ने कहा धीरज धाम बनाए ये है तन, सारे शब्द मिलते आपस च। धीरज तीसरा मैं शब्द वरत्या, ऐरन मत वेद हथियार। इत्थे एक गल याद रखियो, लफ्ज वेद दे अर्थ लैके कोई थोपे ना कि चार वेद बाणी चाहे, जिथे वेद आया वह वखरा आया। वेदा मैं नाम उत्तम सो सुना नाही, फिर जो बेता लिया, उत्थे वेद अर्थ चार ग्रंथ, चारे वेद होवे सचार। वो भी महाराज जी ने शब्द वरत्या वेद। चार पुकारा ना तू मन, वो भी चार वेद। वेद कतेब इबतरा भाई दिल का फिक्र ना जाए। पर इत्थे वेद शब्द विदत धातु तो निकलिया, वेद दे लफ्जी अर्थ ने ज्ञान। नास्तिक शब्द ये नहीं सी पहला, जिहड़ा रब नूं नहीं मानदा वो नास्तिक नहीं। गुरमुखो ब्राह्मण ने नास्तिक शब्द उन्होंने दिता सी जिहड़ा वेद नूं नहीं मानदा। फिर अर्ज है ऐरन मत वेद हथियार, ये थत्थे नूं बिहारी लगी है जी। हथियार असी अर्थ करांगे हथौड़ा, क्योंकि सोना कढ़न लई हथौड़ी चाहिए। गुरु साहब कहते हैं अपनी मर्जी का कोई वट्टा ना चुकी फिरी, तू सतगुरु के शब्द के रूहानी ज्ञान नूं हथौड़ा बना, ये ना कड़, क्योंकि ये तोड़दा नहीं। हथौड़ा भी चलाने लई चाहिए बैलेंस। ऐरन मत वेद हथियार। अगे फरमाया भौ खला धोकनी। जदों अग बालदा आपनूं पता है सुनार, वो धोकनी ना फूक मारदा है ना, अग तेज हुंदी है। गुरु नानक साहब बख्शिश करते हैं परमात्मा दे डर च रहो। जीवन घड़िया भी जाए तो हंकार वाले पासे नहीं तुरना, परमात्मा दे भय च रहो। तो मैं आपनूं
कई बारी भै की इत्थे व्याख्या की 2 तरह का भै है जी। उं जे होर थोड़ा जिहा करो 3 तरह का, एक दुनियावी भै है, एक दीनी भै है, एक दैवी भै है। दुनियावी भै वे जिहड़ा बंदे तो डर लगता मर ना जाइए, ये भै डिप्रैशन भी तो भै ही है ना। कई बंदियां नूं हनेरे तो डर लगता है, कई बंदे इन्ना नैगेटिव सोचते आ, मान लो लिफ्ट च बैठे होंगे तो कहते जे किते राह च खलोगी फिर की करांगे, अजे खलोना नहीं उन्हें, भै वे ना। एक है दुनियावी भौ, दूजा है दीनी भै। दीन ने बड़ा भै दिता है जी। जे कहो धर्म भै नहीं देंदा, भै नहीं तो की है, पापी कर्म कमाम दे करदे खाए खाए, नानक ज्यों मत्थन माधाणियां त्यों मथै धर्म राय। ये डर नहीं। अगे जो असी पाठ कर रहे हैं, नानक जी उपाय कै लिख नाम है धर्म बहालिया, उथै सच्चे ही सच निबड़ै चुन वक कढे, जजमालिया थां ना पायन कूड़ियार मुँह काले दोजक चालिया। ये दीनी भै है। दीनी भै तो बिना दैवी भै नहीं पैदा हुंदा। देवी भै की है? दैवी भै वो रूहानी भै है जिहदे विच गुरु ते परमात्मा की अंग संगता रहिंदी है। फिर अर्ज सुनियो, मैं ये सीधी गल कहना, सारे बंदे कदी भी ठीक होए, सारे बंदे कदी ठीक नहीं होने। ये परमात्मा की रची हुई रचना है, क्योंकि एक डिगेगा तो दूजा जितेगा, जितन वाले की जय जयकार होनी है। ये उहदा नेम है जी। जे तुसीं कहो सारे गुरुद्वारे बंदे, मैं भाई साहब जो सवेरे अमृत वेले जाईदा ना, जिधर गुरपुरब हुंदा है, संगत बहुत हुंदी है जी, उधर नूं चौबदार खलोता कहंदा ते भाई अपने मोबाइलों ते फोनां वाल, मैं कहते भी क्या सी ऐ चंगी तरह जेबा फड़ लिया जे। इहदा मतलब है हरमंदर साहब सारे गुरु रामदास नूं प्यार करने वाले नहीं आए। भै भौ दी धौंकनी, तेरे अंदर निर्मल भौ पैदा होवे। निर्मल भौ परमात्मा दे नेड़े ले जांदा है। मैला भै याद रखो नफरत पैदा करदा। थोड़ा जिहा इसनूं मेरी बेनती है जी, मैं यतन करांगा क्योंकि इन्ने डूंघे बचन ने, आपां इहदी की व्याख्या कर सकने। जिथे मैला भै होवेगा उत्थे नफरत जन्म लैगी। सवाल ही नहीं पैदा हुंदा बंदा पवित्र हो सके। मैला भौ, मान लो मैं एक बार क्या बच्चा है जी, उन्होंने रोज़ डराई जाइए, रोज़ डराई जाइए, वो 10 साल तक डरूगा, 12 साल तक डरूगा। इत्थों तक कि जेड़े मापे बच्चों की मार कुटाई ज़्यादा करते हैं, खिमा करो जिदन होश संभलते हैं सब तो पहला मापिया तो हेठ करते हैं। वो कोर्ट में खलोंदे हैं, इत्थे अमेरिका बहुत कुछ होया, वो कोर्ट में खलो कहते हैं कि आ कोई साडे बच्चियां कीता, क्योंकि निर्मल मैले भै विचों हमेशा दूरी जन्म लैंदी है, निर्मल भौ विचों नेड़ता जन्म लैंदी है। यही कारण जिथे निर्मल भौ है उहदे नाल भाव है। नचन कुदन मन का चाओ, नानक जिन मन भाओ, हाँ तिना मन पाओ। जिथे निर्मल भाव होवेगा, गुरमुखो याद रखियो उथे भावना पैदा होवेगी होवेगी। इत्थे भी गुरु जी ने पहला भाव शब्द वरत्या, फिर भाव वरत्या। भाव खला अगन, तप ताओ सेवा दी अग, तपस्या दी अग। ते गुरमुखो सब तो वड्डी तपस्या है जप तप बंदगी ते सेवा। जेड़ा सिंह मान लो गर्मी के दिनों चूल्हे के सामने बैठ के 12 घंटे गुरु का लंगर प्रशादा पकांदा पे, उसका मुकाबला किसी धूनी तपान वाले ने कर सकना है जी? नहीं कर सकता। गुर सेवा तपा सिर तप सार। जिन्नी दुनिया तप कर दी, सब तो वड्डा तप है गुरु की सेवा करनी। मेरी अर्ज है, पाओ खला अगन तप ताओ, भांडा पाओ। आ 7वां गुण हो गया जी मेरा ख्याल। पहला जत, धीरज, अडोल मत, ज्ञान का हथौड़ा। मैं सिर्फ सीधे सीधे हम जीवन के अर्थ लै रहा। भाओ तप ते भाओ 7वां हो गया। जिस कोल खालसा जी 7 गुण आ जाएंगे, ਉਹਦੇ अंदर गुरु नानक साहब अमृत संचार करते हैं। भांडा भाओ अमृत तित ढाल। उत्थे अमृत ढलदा है, उत्थे नाम ढलदा है। इत्थों तक भाई साहब ने तो भी अर्थ किया, पुरातन भाई वीर सिंह ने कहते हैं अमृत ढलन का मतलब वो बंदा मौत तो मुक्त हो जाता है। भांडा पाओ अमृत ढाल। सच्चे पातशाह ये कित्थे घड़िए? कह लगे संगत विच बैठ के घड़िया शब्द सच्ची टकसाल। सच्ची टकसाल आ गुरु की संगत घड़िया शब्द सच्ची टकसाल। अगे बड़ी कृपा की मन च जी
ਭਾਰਤ ਵਿੱਚ ਬੜੇ ਮਤ ਨੇ ਜੀ ਜਿਹੜੇ ਜਪ ਦੀ, ਤਪ ਦੀ, ਇੰਦਰੀ ਸਾਧਨ ਦੀ ਬੜੀ ਬੜੀ ਗੱਲ ਕਰਦੇ। ਮੈਂ ਇੱਕ ਦਿਨ ਪਾਠ ਕਰਾਂ ਭਾਈ ਸਾਹਿਬ, ਤੁਹਾਨੂੰ ਫੋਨ ਕਰਕੇ ਕਿਹਾ ਸੀ, ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ, ਜੇਵਾ ਇੰਦਰੀ ਏਕ ਸੁਆਓ। ਮਹਾਰਾਜ ਨੇ ਅੱਜ ਦੇ ਸਾਰੇ ਕਲਯੁਗ ਨੂੰ ਬਿਆਨ ਕਰ ਦਿੱਤਾ। ਕਹਿੰਦੇ ਦੁਨੀਆ ਮਰੇਗੀ ਸਿਰਫ ਦੋ ਚੀਜ਼ਾਂ ਨਾਲ, ਇੱਕ ਕਾਮੁਕ ਇੰਦਰੀ ਨਾਲ, ਦੂਜੇ ਜੀਵ ਦੇ ਸਵਾਦ ਨਾਲ। ਉੱਥੇ ਭਾਵੇਂ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਹੋਰ ਕੀਤੇ ਆ। ਹੁਣ ਆਪਾਂ ਕਹਿੰਦੇ ਜੀ ਲੂਣ ਨਹੀਂ ਖਾਣਾ, ਸਾਨੂੰ ਵੀ ਕਹਿੰਦਾ ਡਾਕਟਰ ਮਿੱਠਾ ਨਹੀਂ ਖਾਣਾ। ਇੱਕ ਦਿਨ ਪਾਠ ਕਰਾਂ, ਮਹਾਰਾਜ ਸ਼ਬਦ ਆਇਆ, ਮਿੱਠਾ ਕੌੜਾ ਦੋਵੇਂ ਰੋਗ। ਕਿ ਤੜਕਾ ਵੀ ਤੈਨੂੰ ਬਿਮਾਰੀ ਕਰ ਦੇਗਾ ਤੇ ਮਿੱਠਾ ਵੀ ਬਿਮਾਰੀ ਕਰ ਦੇਗਾ। ਭਾਵੇਂ ਉਹਦੇ ਭਾਵ ਅਰਥ ਹੋਰ ਨੇ, ਪਰ ਅਰਥ ਤੇ ਬਾਣੀ ਤੇ ਦੋ ਦੋ ਤਿੰਨ ਤਿੰਨ ਬਣਦੇ ਆ ਜੀ, ਖਿਮਾ ਕਰਿਓ। ਹੁਣ ਇੱਥੇ ਸਤਿਗੁਰਾਂ ਨੇ ਇਹ ਨਹੀਂ ਕਿਹਾ ਤਪੱਸਿਆ ਦਾ ਤਪ। ਗੁਰਮੁਖੋ ਚੇਤੇ ਰੱਖਿਓ, ਪੈਸੇ ਦਾ, ਰੂਪ ਦਾ, ਪਦਵੀ ਦਾ ਹੰਕਾਰ ਇੰਨਾ ਖਤਰਨਾਕ ਨਹੀਂ ਜਿੰਨਾ ਜਪ ਤਪ ਦਾ ਹੰਕਾਰ ਖਤਰਨਾਕ ਹੈ। ਕਈ ਬੰਦੇ ਤੁਸੀਂ ਦੇਖਿਓ, ਬਖਸ਼ ਦਿਓ ਜੇ, ਜਿਸ ਨੇ ਬਾਣੀ ਨਾ ਪੜ੍ਹੀ ਜੀ, ਅੱਧਿਓਂ ਜ਼ਿਆਦਾ ਤਾਂ ਸਾਡੀ ਕੌਮੇ ਨੇ ਸੰਗਤ ਤੋੜੀ ਹੈ। ਇਹ ਬੰਦਾ ਕਦੀ ਜਪਜੀ ਸਾਹਿਬ ਨਹੀਂ ਪੜ੍ਹਦਾ, ਇਹ ਮਲੇਸ਼ ਹੈ। ਉਹ ਗੁਰਮੁਖਾ ਕੋਈ ਪਤਾ ਨਹੀਂ ਜ਼ਿੰਦਗੀ ਦਾ, ਕੱਲ ਨੂੰ ਤੂੰ ਇਹਦੀ ਥਾਂ ਤੇ ਆ ਜਾਏ, ਤੇਰੇ ਤੋਂ ਅੱਗੇ ਨਿਕਲ ਜਾਏ। ਇਸ ਕਰਕੇ ਮੈਂ ਕਹਿੰਦਾ ਜਿਹੜਾ ਵੀ ਬੰਦਾ ਹੈ, ਜਿਵੇਂ ਭਾਈ ਸਾਹਿਬ ਨੇ ਕਿਹਾ, ਆਪਾਂ ਥੋੜ੍ਹਾ ਜਿਹਾ ਨੇੜੇ ਹੋ ਕੇ ਤਾਂ ਬੈਠੀਏ। ਮੈਂ ਇੱਕ ਦਿਨ ਕਿਹਾ ਸੀ, ਜਿੰਨੀ ਮਰਜ਼ੀ ਦੂਰੀ ਹੋਵੇ, ਇੱਕ ਦਿਨ ਫੁਰਨਾ ਬਣਾ ਕੇ ਕਹਿ ਲਓ ਆਪਾਂ ਸੁਹਿਰਦ ਹੋ ਕੇ ਬਹਿਣਾ। ਮੇਰਾ ਖਿਆਲ 50% ਤੇ ਗਲਤਫਹਿਮੀ ਉਦੋਂ ਹੀ ਨਿਕਲ ਜਾਂਦੀ ਹੈ, ਕਿਉਂਕਿ ਜਿੰਨੀ ਦੂਰੀ ਹੋਵੇਗੀ ਉਹਨਾਂ ਅੰਦਰ ਇੱਕ ਦੂਜੇ ਦੇ ਵਿਰੁੱਧ ਤੂਫਾਨ ਉੱਠਦਾ ਹੈ। ਅੱਜ ਕੌਮ ਦੀ ਦੁਰਦਸ਼ਾ ਇਹ ਹੋਈ ਪਈ ਹੈ, ਕਿਉਂਕਿ ਕੌਮੀ ਪ੍ਰੋਗਰਾਮ ਕੋਈ ਨਹੀਂ ਜੀ, ਵਾਹਿਗੁਰੂ ਜੀ ਬਖਸ਼ ਦਿਆ ਜੇ। ਕਿਉਂਕਿ ਅਸੀਂ ਵਿਚਰਨੇ ਹਾਂ ਪੂਰੇ ਹਿੰਦੁਸਤਾਨ 'ਚ। ਅਸੀਂ ਬੰਗਾਲ ਜਾਂਦੇ ਹਾਂ, ਅਸੀਂ ਮਹਾਰਾਸ਼ਟਰ ਜਾਂਦੇ ਹਾਂ, ਗੁਜਰਾਤ ਜਾਂਦੇ ਹਾਂ, ਸਾਨੂੰ ਹਰ ਸਿੱਖ ਦਾ ਪਤਾ ਹੈ ਕਿਹੜੇ ਕਿਹੜੇ ਸਿੱਖ ਦੀ ਕੀ ਲੋੜ ਹੈ। ਫਿਰ ਅਰਜ਼ ਕਰਾਂਗਾ, ਅਨਕ ਤਪੱਸਿਆ ਕਰ ਅਹੰਕਾਰ। ਤਪ ਤੋਂ ਵੀ ਕਰਦਾ ਪਿਆ, ਬਾਬਾ ਜੀ ਨੇ ਕਿਹਾ ਤਪ ਕਰੋ। ਉਹਨੇ ਤਪ ਨੂੰ ਆਪਣੀ ਸਾਧ ਨਾਲ ਜੋੜਿਆ, ਮੈਂ ਕੀਤਾ। ਅਨਕ ਤਪੱਸਿਆ ਕਰ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਪਰ ਗੁਰੂ ਜੀ ਇਹ ਜਿਹੜਾ ਤਪ ਤੁਸੀਂ ਕਹਿ ਰਹੇ ਹੋ, ਜੀਵਨ ਘੜਨਾ ਕਹਿ ਰਹੇ ਹੋ, ਆਪਣੀ ਕਮਾਈ ਕਹਿਣ ਲੱਗੇ, ਨਾ ਨਾ, ਤੇਰਾ ਜੀਵਨ ਘੜਿਆ ਜਾਏ, ਇਹਨੂੰ ਆਪਣੇ ਨਾਲ ਨਹੀਂ ਜੋੜਨਾ, ਇਹਨੂੰ ਵਾਹਿਗੁਰੂ ਜੀ ਦੀ ਨਜ਼ਰ ਨਾਲ ਜੋੜਨਾ ਹੈ। ਆਹ ਹੈ ਗੁਰਮਤਿ ਦੀ ਵਿਲੱਖਣਤਾ। ਇਹਦੇ ਵਿੱਚੋਂ ਆਪਣੇ ਆਪ ਨੂੰ ਕੱਢ ਦੇ। ਕਿਉਂਕਿ ਪਰਵਾਨਾ ਸਾਹਿਬ ਨੇ ਗੱਲ ਬੜੀ ਸੋਹਣੀ ਕਹੀ। ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਬਜ਼ੁਰਗ ਹੋ ਗਏ ਨਾ, ਉਹ ਮੈਂ ਚਲੋ ਇੱਕ ਗੱਲ ਗੰਭੀਰ ਵੀ ਆਪਾਂ ਹੋਏ ਬੈਠੇ ਹਾਂ, ਮੈਂ ਭਾਈ ਸਾਹਿਬ ਨੂੰ ਸੁਣਾਈ। ਸ਼ਾਇਦ ਇਹਨੇ ਮੈਨੂੰ ਕਹੀ ਵੀ ਉਹ ਪਿੱਛੇ ਜਿਹਾ ਠੰਡ 'ਚ ਪ੍ਰੋਗਰਾਮ ਬੁੱਕ ਕਰ ਲਿਆ, ਤਾਂ ਸ਼ਾਇਦ ਸੁਣਾਇਆ ਸੀ ਇੱਥੇ। ਉਹ ਬਿਮਾਰ ਹੋ ਗਿਆ ਜੀ ਕਰੋਨੇ ਤੋਂ ਬਾਅਦ ਕਾਫੀ, ਤੇ ਡਾਕਟਰ ਨੇ ਕਿਹਾ ਵੀ ਹਾਲ 'ਚ ਹੀ ਕਥਾ ਕਰਨੀ ਹੈ, ਖੁੱਲ੍ਹੇ 'ਚ ਨਹੀਂ ਕਰਨੀ, ਸਰਦੀ 'ਚ। ਉਹ ਕਿਤੇ ਬੁਕਿੰਗ ਕਰਾ ਲਈ ਤੇ ਆਏ। ਉਹਨਾਂ ਕਿਹਾ ਭਾਈ ਇਸ ਤਰ੍ਹਾਂ ਕਰਿਓ, ਅੰਦਰ ਪ੍ਰਕਾਸ਼ ਕਰ ਲਿਓ, ਮੈਂ ਕਥਾ ਕਰ ਲਾਂਗਾ। ਜਦੋਂ ਗਏ ਤੇ ਕਹਿੰਦੇ ਠੰਡੀ ਹਵਾ, ਸੀਤ ਪਏ। ਉਹਨਾਂ ਕਿਹਾ ਗੁਰਮੁਖੋ ਤੁਹਾਨੂੰ ਕਿਹਾ ਸੀ ਵੀ ਹਾਲ 'ਚ ਕਰ ਲੈਂਦੇ ਪ੍ਰੋਗਰਾਮ। ਉਹ ਇੱਕ ਬੋਲ ਪਿਆ, ਕਹਿੰਦਾ ਗੁਰੂ ਤੇ ਭਰੋਸਾ ਕੋਈ ਨਹੀਂ। ਮਾਤਾ ਗੁਜਰੀ ਠੰਡੇ ਬੁਰਜ 'ਚ ਬੈਠੇ ਰਹੇ, ਸਾਹਿਬਜ਼ਾਦੇ ਬੈਠੇ, ਨਾਕੀ ਬਾਲੀ ਨਾਕੀ ਸਾਰੇ ਬੋਲਣਾ ਪਿਆ, ਹਾਂ ਹਾਂ। ਉਹ ਕਹਿੰਦੇ ਨੇ ਗੱਲ ਸੁਣੋ, ਮੈਨੂੰ ਸ਼ਹੀਦ ਕਰਨ ਵਾਸਤੇ ਸੱਦਿਆ ਜੀ ਕਿ ਕਥਾ ਕਰਨ ਵਾਸਤੇ? ਜੇ ਤਾਂ ਮੈਨੂੰ ਸ਼ਹੀਦ ਕਰਨਾ ਮੈਂ ਉਸ ਤਰ੍ਹਾਂ ਹੁੰਦਾ। ਮੇਰੀ ਇਸ ਕਰਕੇ ਬੇਨਤੀ ਇਹੋ ਜਿਹੀਆਂ ਬਚਕਾਨੀਆਂ ਗੱਲਾਂ ਨਾ ਕਰਿਆ ਕਰੀਏ, ਹੱਥ ਜੋੜ ਕੇ ਬੇਨਤੀ ਹੈ। ਹੁਣ ਸਾਰੇ ਹੀ ਬੈਠੇ ਆ ਨਾ, ਉਹਨਾਂ ਨੇ, ਮੈਂ ਬੇਨਤੀ ਕਰਾਂ, ਉਹਨਾਂ ਨੇ ਇੱਕ ਸਾਖੀ ਲਿਖੀ ਹੈ, ਕਿਉਂਕਿ ਉਹਨਾਂ ਦਾ ਨਾਂ ਲੈਣਾ ਚਾਹੀਦਾ। ਅੱਜ ਤਕਰੀਬਨ ਜਦੋਂ ਇਹ ਸਭ ਕੁਝ ਪਤਾ ਕੀ ਹੋਇਆ, ਜਦੋਂ ਨਵਾਂ ਪੋਚ ਆਇਆ ਨਾ ਜੀ, ਉਹਨੇ ਸਭ ਤੋਂ ਪਹਿਲੀ ਇੱਕੋ ਗੱਲ ਸੁਣਾਈ ਕਿ ਕਥਾ ਤਾਂ ਚੱਲੇਗੀ ਜੇ ਦੂਜੇ ਦੀ ਬੇਇੱਜ਼ਤੀ ਕਰੋਗੇ ਤਾਂ। ਇਸ ਲਈ ਹੋਇਆ ਨਾ ਜੀ, ਸਾਡੀਆਂ ਸ਼ਖਸੀਅਤਾਂ ਸ਼ੱਕੀ ਕਰ ਦਿੱਤੀਆਂ ਏਜੰਸੀਆਂ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਾ ਲਾ ਕੇ, ਅੱਜ ਕੰਪਿਊਟਰ ਨਹੀਂ, ਉਦੋਂ ਕੰਪਿਊਟਰ ਨਹੀਂ ਸੀ, ਸਾਰੀ ਰਾਤ ਲੈਂਪ ਦੇ ਚਾਨਣ 'ਚ ਲਿਖ ਕੇ ਟੀਕੇ ਛਪਾਏ। ਉਹਨਾਂ ਨੇ ਉਹ ਵੀ ਸ਼ੱਕੀ ਕੀਤੇ। ਭਾਈ ਰਣਧੀਰ ਸਿੰਘ ਜੀ ਵਰਗੇ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵਰਗੇ, ਭਾਈ ਰਘਬੀਰ ਸਿੰਘ ਵੀਰ ਜੀ ਵਰਗੇ। ਉਹ ਗੁਰਮੁਖੋ ਇਹ ਸ਼ਖਸੀਅਤਾਂ ਕਿਤੇ ਐਵੇਂ ਕੌਮ 'ਚ ਪੈਦਾ ਹੋ ਜਾਂਦੀਆਂ ਨੇ। ਬਾਬਾ ਅਤਰ ਸਿੰਘ ਜੀ ਵਰਗੇ ਹੋਏ, ਜਿਨ੍ਹਾਂ ਨੇ ਜ਼ਿੰਦਗੀ ਲਾ ਦਿੱਤੀ ਸਾਰੀ ਪੰਥ ਲਈ, ਕਿਉਂਕਿ ਦੁਖਾਂਤ ਹੁੰਦਾ ਹੈ। ਉਹਨਾਂ ਨੇ ਕਿਹਾ ਇੱਕ ਤਪੱਸੀ ਨੇ ਤਪ ਕੀਤਾ ਪੱਥਰ ਤੇ ਬਹਿ ਕੇ। ਮੈਂ ਗੱਲ ਫਿਰ ਆਉਣਾ, ਮੈਂ ਬਾਣੀ 'ਚ ਹੈ ਜੀ। ਤਪ ਕੀਤਾ ਤੇ ਕਹਿੰਦੇ ਨੇ ਪਰਮੇਸ਼ਵਰ ਨੇ, ਕਹਾਣੀ ਹੈ, ਪਰਮੇਸ਼ਵਰ ਨੇ ਕਿਹਾ ਵੀ ਇੰਨੀ ਬੰਦੇ ਨੇ ਜ਼ਿੰਦਗੀ ਲਾ ਦਿੱਤੀ, ਪੱਥਰ ਘਸ ਗਿਆ, ਇਹਨੂੰ ਪੁੱਛੋ ਕੀ ਚਾਹੀਦਾ ਹੈ।
ਉਹ ਜੀ ਆਇਆ, ਉਹਨੇ ਦੂਤ ਨੇ ਕਿਹਾ ਮਹਾਰਾਜ ਜੀ, ਰਿਸ਼ੀ ਜੀ ਕੀ ਚਾਹੀਦਾ ਹੈ? ਇੰਨਾ ਸਾਲ ਹੋ ਗਿਆ, ਪਰਮੇਸ਼ਵਰ ਨੇ ਸੁਨੇਹਾ ਭੇਜਿਆ, ਕਹਿੰਦਾ ਅਜੇ ਵੀ ਸੁਨੇਹੇ ਹੀ ਘੱਲੇ ਸੂ, ਮੈਂ ਤਾਂ ਪੱਥਰ ਘਸਾ ਦਿੱਤਾ, ਮੈਂ ਹੱਕ ਮੰਗਣਾ, ਮੈਂ ਜ਼ਿੰਦਗੀ ਲਾ ਦਿੱਤੀ, ਇੰਨਾ ਤਪ ਕੀਤਾ। ਉਹਨੇ ਜਾ ਕੇ ਪਰਮਾਤਮਾ ਨੂੰ ਦੱਸਿਆ, ਉਹ ਕਹਿੰਦਾ ਉਹ ਤਾਂ ਪੁੱਠਾ ਹੋ ਗਿਆ ਤੇਰੇ ਤੋਂ, ਹਰਨਾਕਸ਼ ਵਰਗੀ ਹੋਇਆ ਨਾ। ਉਹ ਕਹਿੰਦਾ ਹੱਕ ਮੰਗਦਾ, ਉਹ ਤੁਹਾਡੇ ਤੋਂ ਇਹ ਮੇਰ ਨਹੀਂ ਮੰਗਦਾ। ਪਰਮੇਸ਼ਵਰ ਜੀ ਨੇ ਕਿਹਾ ਦੱਸ ਬਈ। ਉਹ ਕਹਿੰਦਾ ਜੀ ਇਸ ਪੱਥਰ ਤੇ ਬੈਠੇ ਆ, ਪੱਥਰ ਘਸ ਗਿਆ ਤਪ ਕਰ ਕਰਕੇ। ਪਰਮਾਤਮਾ ਕਹਿੰਦਾ ਮੈਂ ਕਰਦਾ ਇਨਸਾਫ ਹੁੰਨਾ, ਪੱਥਰ ਵੀ ਇੱਕ ਜੂਨਕ ਹੈ, ਜਿੰਨਾ ਸਮਾਂ ਤੂੰ ਪੱਥਰ ਤੇ ਬੈਠਾ ਉਹਨਾਂ ਸਮਾਂ ਤੇਰੇ ਸਿਰ ਤੇ ਪੱਥਰ ਰੱਖਾਂਗਾ, ਜੇ ਤੂੰ ਇਨਸਾਫ ਹੱਕ ਹੀ ਮੰਗਣ ਆ ਗਿਆ ਤਾਂ। ਇੱਥੇ ਗੁਰੂ ਜੀ ਨੇ ਕਿਹਾ ਨਹੀਂ, ਆਈ ਜੇ ਬਸ ਗੁਰਮੁਖੋ ਚੇਤੇ ਰੱਖਿਓ, ਖਾਲਸਾ ਨਦਰ ਵਿੱਚੋਂ ਨਿਕਲਿਆ, ਖਾਲਸਾ ਪਰਮਾਤਮਾ ਦੀ ਮੌਜ ਵਿੱਚੋਂ ਨਿਕਲਿਆ। ਇਸੇ ਕਰਕੇ ਮੈਂ ਕਹਿੰਦਾ ਖਾਲਸਾ 38ਵੀਂ ਪੌੜੀ ਵਿੱਚੋਂ ਨਿਕਲਿਆ ਹੈ। ਗੁਰੂ ਸਾਹਿਬ ਜੀ ਨੇ ਕਿਹਾ ਜਤ ਪਹਾਰਾ ਧੀਰ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਧਰਾਲ, ਘੜੀਆ ਸ਼ਬਦ ਸੱਚੀ ਟਕਸਾਲ। ਪਰ ਖਾਲਸਾ ਜੀ ਐਵੇਂ ਨਹੀਂ ਬਣਦਾ ਕੋਈ, ਅੰਮ੍ਰਿਤ ਉਹਨਾਂ ਨੂੰ ਮਿਲਦਾ ਜਿਹਦੇ ਤੇ ਸਤਿਗੁਰੂ ਦੀ ਨਦਰ ਹੁੰਦੀ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਕਾਲ। ਥੋੜਾ ਜਿਹਾ ਹੋਰ ਅੱਗੇ ਚੱਲੀਏ, ਜਿਹੜੇ ਸਚਿਆਰ ਪੁਰਸ਼ ਹੋਏ, ਵਾਹਿਗੁਰੂ ਜੀ ਐਵੇਂ ਨਹੀਂ ਹੋ ਗਿਆ, ਉਹਨਾਂ ਬੜੀ ਸਾਧਨਾ ਕੀਤੀ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹੋ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ ਸਚਿਆਰ ਹੈ। ਸਤ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੈ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ। ਸੱਚ ਸਬਣਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੇ ਹੋਏ। ਸਚਿਆਰ ਬੰਦੇ ਹੀ ਗੁਰੂ ਕੋਲ ਬਹਿ ਸਕਦਾ ਜੀ, ਕੂੜਾ ਨਹੀਂ ਬਹਿ ਸਕਦਾ। ਇਹ ਗੁਰੂ ਰਾਮਦਾਸ ਦਾ ਬਚਨ, ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਉਹ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਵਿੱਚ ਸੱਚੇ ਕੂੜ ਨਾ ਗੱਡੀ, ਮਨ ਵੇਖੋ ਕਰ ਨਿਰਜਾਸ। ਕੁੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਉਹਦਾ ਕਾਰਨ ਹੈ ਕਿਉਂਕਿ ਮੈਲਾ ਸੋਨਾ ਕਦੀ ਕੁਠਾਲੀ 'ਚ ਨਹੀਂ ਟਿਕਦਾ, ਮੈਲਾ ਮਨ ਕਦੀ ਗੁਰੂ ਕੋਲ ਨਹੀਂ ਛੇਤੀ ਟਿਕਦਾ। ਸ਼ੁੱਧ ਹੀ ਸਚਿਆਰਤਾ ਹੀ ਹੈ। ਉਹ ਜਿਹੜੇ ਸਚਿਆਰ ਪੁਰਸ਼ ਸਨ, ਉਹਨਾਂ ਨੂੰ ਫਿਰ ਗੁਰਬਾਣੀ ਨੇ ਰੂਹਾਨੀਅਤ ਨਾਮ ਦਿੱਤੇ। ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਆਪ ਜੀ ਨੂੰ, ਆਪਣਾ ਜੀਵਨ ਤਾਂ ਇੰਨਾ ਕੋਈ ਨਹੀਂ ਉੱਚਾ, ਸਿੱਧੀ ਗੱਲ ਜੋ ਮਰਜ਼ੀ ਕਹੀ ਜਾਈਏ। ਬਾਬਾ ਫਰੀਦ ਸਾਹਿਬ ਜਦੋਂ ਚਲਾਣਾ ਕਰਨ ਲੱਗੇ ਨਾ, ਨਮਾਜ਼ ਪੜ੍ਹਦਿਆਂ ਗਸ਼ੀ ਪੈ ਗਈ, ਬੇਹੋਸ਼ ਹੋ ਗਏ। ਬੜੀ ਮੈਨੂੰ ਉਹਨਾਂ ਦਾ ਜੀਵਨ ਬੜਾ ਸਿੱਖਿਆਦਾਇਕ ਹੈ, ਬੜੇ ਸਬਰ ਜੀਂਦੇ ਸਨ ਜੀ। ਤੁਸੀਂ ਦੇਖੋ ਜਿਹੜਾ ਦਰਵੇਸ਼ ਇੱਥੋਂ ਤੱਕ ਕਹਿ ਦੇ, ਰੱਬਾ ਕਿਸੇ ਦੇ ਬੂਹੇ ਤੇ ਜਾਣ ਤੋਂ ਪਹਿਲਾਂ ਮਾਰ ਲਈ, ਮੈਂ ਦੁਨੀਆ 'ਚੋਂ ਮੌਤ ਪ੍ਰਵਾਨ ਕਰਾਂਗਾ, ਮੈਂ ਕਿਸੇ ਦੇ ਬੂਹੇ ਅੱਗੇ ਹੱਥ ਨਹੀਂ ਅੱਡਣਾ। ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀਤਾ ਜੀਓ ਸਰੀਰੋ ਲੈ, ਜੀਓ ਸਰੀਰੋ ਲੈ। ਤੁਰੇ ਜਾਂਦੇ ਆ, ਹੱਥ 'ਚ ਸੋਟੀ ਪਕੜ ਲਈ, ਸੋਟੀ ਸਾਰੇ ਲੱਕੜ ਸਾਰੇ, ਪਤਾ ਨਹੀਂ ਮਨ 'ਚ ਕੀ ਆਇਆ, ਸੋਟੀ ਵਗਾ ਕੇ ਮਾਰੀ ਪਰਾਂ। ਕਹਿਣ ਲੱਗੇ ਫਰੀਦ ਸਾਰੀ ਜ਼ਿੰਦਗੀ ਅੱਲਾ ਤੋਂ ਬਿਨਾਂ ਕਿਸੇ ਦਾ ਸਹਾਰਾ ਨਹੀਂ ਲਿਆ, ਹੁਣ ਤਾਂ ਦਿਨ ਹੀ 4 ਰਹਿ ਗਏ ਨੇ, ਨਰਜਿੰਦ ਸੋਟੀ ਦੇ ਸਹਾਰੇ ਤੁਰਿਆ ਜਾਂਦਾ। ਫਕੀਰ ਦੀ ਮੌਜ ਹੈ ਨਾ ਜੀ, ਉਹਨਾਂ ਦੀ ਆਪਣੀ ਮੌਜ ਸਨ। ਉਹ ਜਦੋਂ ਉਹ ਅੰਤਲਾ ਸਮਾਂ ਆਇਆ, ਯਾ ਹੈ ਯਾ ਕਿਉਂ, 2 ਸ਼ਬਦ ਵਰਤੇ। ਨਮਾਜ਼ ਪੜ੍ਹਦਿਆਂ ਗਸ਼ੀ ਪੈ ਗਈ, ਹੋਸ਼ ਚਾਹੇ। ਮੁਰੀਦਾਂ ਨੂੰ ਪੁੱਛਦੇ ਨੇ ਨਮਾਜ਼ ਅਦਾ ਹੋ ਗਈ? ਉਹਨਾਂ ਕਿਹਾ ਜੀ ਨਹੀਂ। ਕਹਿੰਦੇ ਲਿਓ ਪਾਣੀ ਲਿਓ, ਮੈਂ ਵਜ਼ੂ ਕਰਾਂ, ਮੈਂ ਨਮਾਜ਼ ਪੜ੍ਹਨੀ ਹੈ। ਇੱਕ ਪਾਣੀ ਲੈਣ ਚਲਾ ਗਿਆ। ਦੂਸਰੇ ਨੇ ਕਿਹਾ ਬਾਬਾ ਸਾਹਿਬ ਜੀ ਨੂੰ, ਫਰੀਦ ਸਾਹਿਬ ਜੀ ਨੂੰ, ਤੁਹਾਨੂੰ ਨਮਾਜ਼ ਦੀ ਕੀ ਲੋੜ, ਕੀ ਜ਼ਰੂਰਤ ਨਮਾਜ਼ ਦੀ, ਪਹੁੰਚ ਚੁੱਕੇ ਹੋ। ਉਹਨਾਂ ਨੇ ਹੱਸ ਕੇ ਕਿਹਾ ਤੈਨੂੰ ਮੇਰੇ ਅੰਦਰ ਦਾ ਪਤਾ ਮੈਂ ਕਿੱਥੇ ਖਲੋਤਾ ਹੋਇਆ, ਜਾਂ ਮੇਰਾ ਯਾਰ ਜਾਣਦਾ ਜਾਂ ਮੈਂ ਜਾਣਦਾ ਹਾਂ। ਮੈਂ ਬੇਨਤੀ ਕਰਾਂਗਾ, ਮੈਂ ਕਿਸੇ ਤੇ ਤਰਕ ਨਹੀਂ ਕਰ ਲੱਗਾ, ਪਰ ਜਿਹੜੇ ਗੁਰੂ ਨੇ ਸਚਿਆਰ ਪੁਰਸ਼ ਦਿੱਤੇ, ਉਹਨਾਂ ਵਿੱਚੋਂ ਕੁਝ ਕੁ ਮੇਰੀਆਂ ਬੇਨਤੀਆਂ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਖਾਲਸੇ ਦੀ ਰਹਿਤ ਦਾ ਬੇਸ ਹੈ।
ਹੁਣ ਜਿਹੜੇ ਕਹਿੰਦੇ ਕਈ ਵਾਰੀ ਕਹਿੰਦੇ ਆ ਖਾਣ ਦੀ ਗੱਲ ਜੀ, ਆ ਪਾਣ ਦੀ ਗੱਲ, ਗੁਰਮੁਖੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਰਹਿਤਨਾਮੇ ਪੜ੍ਹਿਓ ਕੀਤੀ। ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਸਾਰੇ ਐਡਿਟ ਕੀਤੇ ਆ, ਜ਼ਰੂਰ ਪੜ੍ਹਿਓ। ਜਿਵੇਂ ਉਹ ਕੋਈ ਦਿੰਦੇ ਆ ਨਾ ਵੀ ਸਿੱਖ ਪਰਾਏ ਰੂਪ ਨੂੰ ਮੰਦੀ ਨਜ਼ਰ ਨਾਲ ਮਤ ਦੇਖੇ, ਥੱਲੇ ਪਤਾ ਹੀ ਲਿਖਦੇ ਆ, ਗ੍ਰੰਥ ਗੁਰੂ ਗ੍ਰੰਥ ਜੀ ਕੀ ਸਾਖ ਪਰਤ ਰਿਹਾ ਰੂਪ ਨਾ ਪੇਖੇ ਨੇਤਰ। ਉਹਨਾਂ ਨੇ ਰਹਿਤਨਾਮਿਆਂ ਨੂੰ ਆਧਾਰ ਗੁਰੂ ਗ੍ਰੰਥ ਸਾਹਿਬ ਹੈ ਪਿਆਰਿਓ। ਤਾਂ ਮੈਂ ਹੋਕਾ ਇਹ ਦੇ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਹਰ ਇੱਕ ਦੀ ਪਰਿਭਾਸ਼ਾ ਦਿੰਦੇ ਆ। ਇੱਥੋਂ ਤੱਕ ਅੱਜ ਭਾਈ ਸਾਹਿਬ ਨੂੰ ਕਿਹਾ, ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਨੇ ਤੇ ਰੱਬ ਦੀ ਪਰਿਭਾਸ਼ਾ ਵੀ ਦੇ ਦਿੱਤੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਉਹਨਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਪਰਿਭਾਸ਼ਾ ਵੀ ਦੇ। ਇੱਥੋਂ ਤੱਕ ਸਤਿਗੁਰੂ ਨੇ ਆਪਣੀ ਪਦਵੀ ਦੀ ਪਰਿਭਾਸ਼ਾ ਵੀ ਦੇ ਦਿੱਤੀ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਇੱਥੋਂ ਤੱਕ ਕਹਿ ਦਿੱਤਾ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਈਐ। ਮਹਾਰਾਜ ਕਿਹਾ ਗੁਰੂ ਦੀ ਪਰਿਭਾਸ਼ਾ ਦਿੱਤੀ। ਮੈਂ ਬੇਨਤੀ ਕਰਾਂ, ਕੋਈ ਸ਼ਬਦ ਨੇ ਸੰਤ ਦੀ ਪਰਿਭਾਸ਼ਾ ਦਿੱਤੀ, ਸਚਿਆਰ ਸੰਤ। ਦੋਨੋਂ ਪੱਖ ਨੇ। ਮੈਂ ਸੰਤ ਸ਼ਬਦ ਦੇ ਬਿਲਕੁਲ ਬਲ ਖਰਾਬ ਨਹੀਂ, ਕਿਉਂਕਿ ਸਾਨੂੰ ਇਹ ਵੀ ਸਜ਼ਾ ਦਿੱਤੀ ਜਾਂਦੀ ਹੈ ਸੰਤ ਸੇਵੀ ਨੇ। ਮੈਂ ਬਿਲਕੁਲ ਕਹਿਣਾ, ਮੈਂ ਸਟੇਜ 'ਤੇ ਐਲਾਨ ਕਰਨਾ, ਮੈਂ ਗੁਰਮੁਖ ਜਪਣ ਵਾਲਿਆਂ ਦਾ ਸੇਵੀਆਂ, ਮੈਂ ਸਾਖਤਾਂ ਦਾ ਸੇਵੀ ਨਹੀਂ। ਫਿਰ ਅਰਜ਼ ਹੈ ਉੱਥੇ ਸੰਤ ਕੌਣ ਹੈ? ਗੁਰਮੁਖ ਉੱਥੇ ਬਕਾਇਦਾ ਗੁਰੂ ਜੀ ਨੇ ਲਿਖਿਆ ਸੰਤ ਦੀ ਰਹਿਤ। ਕੌਣ ਹੈ ਸੰਤ? ਚਲੋ ਇੱਕ ਤਾਂ ਸ਼ਲੋਕ ਪੜ੍ਹਨੇ, ਜਿੰਨਾ ਸਾਸ ਗਿਰਾਸ ਨਾ ਵਿਸਰੈ। ਇਹ ਸਾਰੇ ਸ਼ਬਦ ਨੂੰ ਪੜ੍ਹ ਕੇ ਦੇਖਿਓ। ਆਠ ਪੈਰ ਨਿਕਟ ਕਰ ਜਾਣੇ ਪ੍ਰਭ ਕਾ ਕੀਆ ਮੀਠਾ ਮਾਨੈ। ਏਕ ਨਾਮ ਸੰਤਨ ਆਧਾਰ ਹੋਏ ਰਹਿ ਸਭ ਕੀ ਪਗਸ਼ਾਰ। ਸੰਤ ਰਹਿਤ ਸੁਣੋ ਮੇਰੇ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਈ। ਵਰਤਨ ਜਾ ਕੇ ਕੇਵਲ ਨਾਮ आनंद रूप कीर्तन विश्राम। मित्र सतर जाकै एक समानै प्रभ अपने बिन अवर न जानै। कोट कोट अग काटन हारा। वाहिगुरु एडा वड्डा संत, कोट कोट अग काटन हारा। दुख दूर करन जी के दातारा। सूर वीर बचन के बली कौला बपरी संती शली। आख है सचियार संत दी परिभाषा। मैं आप जी नूं क्यों क्या आपां नूं ਅਸੀਂ ਨਹੀਂ ਹਾਂ ਜੀ। ਇਹ ਮੈਂ ਤੁਹਾਨੂੰ ਆਰੰਭ 'ਚ ਕਿਹਾ, ਭਾਈ ਸਾਹਿਬ ਬੋਲੇ ਕੋਈ ਪਤਾ ਨਹੀਂ ਜ਼ਿੰਦਗੀ ਦਾ, ਕੋਈ ਦਾਵਾ ਨਹੀਂ ਜ਼ਿੰਦਗੀ 'ਚ ਕਿੱਥੇ ਬੰਦੇ ਜਾ ਡਿੱਗਣਾ। ਪਰ ਹੱਥ ਜੋੜ ਕੇ ਬੇਨਤੀ ਜੇ ਇਸ ਬਾਪੂ ਦੀ ਬੁੱਕਲ 'ਚ ਬਹਿਣਾ ਸ਼ੁਰੂ ਕਰ ਦਈਏ। ਹੈ ਗੋਦੀ 'ਚ ਬਹਿਣ ਲੱਗੋਗੇ, ਗੱਦੀਆਂ ਪਿੱਛੇ ਪਿੱਛੇ ਭੱਜਣਗੀਆਂ। ਜਿਹਦੀ ਗੱਦੀ ਛੱਡ ਕੇ ਗੱਦੀਆਂ ਪਿੱਛੋਂ ਭੱਜੋਗੇ, ਨਾ ਇਹ ਰਹਿਣਾ ਨਾ ਗੱਦੀ ਮਿਲਣੀ ਹੈ। ਕਿ ਆਪਾਂ ਸਾਰੇ ਸਹਿਜ ਪਾਠ ਕਰਨੇ ਆ ਜੀ ਹੈ, ਤੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦੇ ਨਹੀਂ। ਵੇਖੋ ਗੁਰਮੁਖੋ, ਕੱਲ ਭਾਈ ਸਾਹਿਬ ਨੂੰ ਮੈਨੂੰ ਗੱਲ ਕਿ ਮੈਂ ਸੰਗਤ 'ਚ ਕਹਿਣ ਗੁਰੂ ਜੀ ਨਹੀਂ ਕਰਦਾ। ਕੱਲ ਮੈਂ ਇੱਕ ਬੇਨਤੀ ਕੀਤੀ, ਸ਼ਾਇਦ ਇੱਥੇ ਕਿ ਬੈਠੇ ਸਾਂ, ਮੇਰੀਆਂ ਧੀਆਂ ਵਰਗੀਆਂ ਬੈਠੀਆਂ ਨੇ, ਮੇਰੀਆਂ ਮਾਤਾਵਾਂ ਵਰਗੀਆਂ ਬੈਠੀਆਂ ਨੇ। ਬੜੀ ਓਪਰੀ ਗੱਲ ਲੱਗਣੀ। ਅੱਜ ਸਾਇੰਸ ਇਸ ਚੀਜ਼ ਨੂੰ ਮੰਨ ਰਹੀ, ਜਿਹੜੀਆਂ ਬੀਬੀਆਂ ਡਾਕਟਰਾਂ ਨੂੰ ਪਤਾ ਹੈ ਜਿਸ ਵਕਤ ਬੱਚਾ ਮਾਂ ਦੇ ਉਦਰ 'ਚ ਨਿਵਾਸ ਕਰਦਾ 3-4 ਮਹੀਨੇ ਤੋਂ ਬਾਅਦ, ਮੈਂ ਕਹਾਂਗਾ ਜੋ ਕਦੀ ਕਿਸੇ ਗੁਰਦੁਆਰੇ ਨੇ ਕਿਹਾ ਵੀ ਜਿਨ੍ਹਾਂ ਬੀਬੀਆਂ ਦੀ ਕੁੱਖ 'ਚ ਔਲਾਦ ਕਹੇ ਉਹਨਾਂ ਲਈ ਸਪੈਸ਼ਲ ਕਲਾਸ ਦਾ ਪ੍ਰਬੰਧ ਕੀਤਾ ਗਿਆ ਹੈ? ਨਹੀਂ ਹੈਗਾ ਨਾ। ਜਿਹੋ ਜਿਹੀ ਉਹ ਸੱਚੀ ਮੁੱਚੀ ਜਿਹੜੀ ਮਾਂ 9 ਮਹੀਨੇ ਔਲਾਦ ਲਈ ਕੁਰਬਾਨੀ ਕਰ ਗਈ ਨਾ, ਸਮਝੋ ਦੀ ਕੁੱਖ 'ਚ ਜਨਮ ਲੈਣ ਵਾਲਾ ਗੁਰੂ का ਸਿੱਖ ਜ਼ਰੂਰ ਹੋਵੇਗਾ। ਕਦੀ ਕਿਸੇ ਨੇ ਕਿਹਾ ਵੀ ਤੁਸੀਂ ਵੇਖਣਾ ਕਿ ਡਾਕਟਰ ਬਾਕੀ ਕਹਿੰਦੇ ਤੂੰ ਆਹ ਖੁਰਾਕ ਨਾ ਖਾਓ, ਆਹ ਨਾ ਖਾਓ, ਪਰ ਸਪਿਰਿਚੁਅਲ ਖੁਰਾਕ ਕੀ? ਇੱਥੋਂ ਤੱਕ ਗੁਰੂ ਅਰਜੁਨ ਦੇਵ ਵਚਨ ਕਰਦੇ ਆ, ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਦਾ ਨਿਵਾਸ ਹੋਇਆ, ਮਾਤਾ ਗੰਗਾ ਜੀ ਕਦੀ ਚਿੰਤਾ 'ਚ ਨਹੀਂ ਗਏ, ਉਹ ਖੇੜੇ 'ਚ ਰਹਿੰਦੇ ਸਨ। ਉਧਰ ਮਾਹ ਆਏ ਕੀਆ ਨਿਵਾਸ ਮਾਤਾ ਕਹਿ ਮਨ ਬਹੁਤ ਵਿਗਾਸ। ਉਸ ਵਿਗਾਸ ਦਾ ਅਰਥ ਬਾਹਰ ਦਾ ਨਹੀਂ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ। ਮੇਰੀ ਬੇਨਤੀ ਹੈ ਬੀਬੀਓ ਭੈਣੋ ਵੀਰੋ, ਵੇਖੋ ਵਾਹਿਗੁਰੂ ਮਿਹਰ ਕਰੇ, ਇੱਕ ਤਾਂ ਉਸ ਪਰਿਵਾਰ ਦਾ ਸਾਰਾ ਮਾਹੌਲ ਤਬਦੀਲ ਹੋਣਾ ਬਹੁਤ ਜ਼ਰੂਰੀ ਹੈ। ਜੇ ਬਾਪ ਹੀ ਨਸ਼ੇ ਧੋ ਕੇ ਆ ਗਿਆ, ਵਾਸ਼ਨਾ ਮੁਕਤ ਨਹੀਂ ਹੋ,
जे घर च सिर्फ जिहो जिहा स्क्रीन सब तो वध असर करदा अखां। जे स्क्रीन उत्ते सारे दिन गाने सुनदी बीबी, वो मत समझे पुत्र टेक के धी मेरी टेक के बाणी सुन लैगी, नहीं, क्योंकि असी ओदी जिहड़ा बेस है ओदा नाश मारने। मेरी फिर अर्ज है, गुरु गोबिंद सिंह महाराज जी का एक बचन कह के अपनी गाथा कह रहा महाराज, तय हम अदक तपस्या साधी माँ काल काल का आराधी एविद करत तपस्या दवयो द्वैत एक रूप हो गयो। अपनी गल करदियां जन्म तो पहला की गल करदियां इत्थे माँ बाप का जिक्र कर गए। तात मात मुर अलख आराधा बहुबिद जोग साधना साधा तिन जो करी अलाकी सेवा। मैं कई बार सोचना कि गुरु तेग बहादुर साहब ते मात गुजरी जी का विआह करतारपुर होया दुआबे च, ते हजूर का आगमन पटना साहब होया है। ते विआह होया नूं मैं कई बार रिपीट किया 33 साल हो चुके ने गृहस्थी नूं विआह होया, क्योंकि 33 साल वो कुख तैयार हुई जिन्हें मर्द अगंबड़े नूं जन्म देना सी। गुरु साहब ने इस करके सतरा लिखियां, तात मात मुर अलख आराधा बहुबिद जोग साधना साधा तिन जो करी अलाकी सेवा तांते पै परसन गुरदेवा। उन्होंने कहा इस धरती ते सिर्फ इको गोद है माँ गुजरी दी, उस तो बिना तेरे लिए कोई गोद नहीं। तिन प्रभ जब आई समझ दिया, जदों उन्होंने कहा ऐस कुख तब हम जन्म कलू में लिया। मेरी फिर बेनती है कि आज जे गुरु ग्रंथ साहब नाल जुड़ांगे ना, मैं फिर लफ्ज वरतन लगा कि हर चीज़ की सानू उत्तर मिलेगा। दूजी गल, गुरु ग्रंथ साहब टैक्सट बुक नहीं, गुरु ग्रंथ साहब होली बुक नहीं। गुरमुखो प्रिंसीपल सतबीर सिंह कहते सानू लोको दुनिया के धर्म ग्रंथ रब दियां गल्लां करदे आ, गुरु ग्रंथ साहब रब नाल गल्लां करदा है। शब्द बाणी गुरबाणी परमात्मा नाल गल्लां करदी। हुण संत कौन है, थोड़े जे अर्थ आपां इहदे कर ली। संत रहत सुनो मेरे भाई, क्योंकि खालसे की रहत है। खालसा केवल विखावा नहीं बख्श दिया जे, अज विखावा डरावा बन चुका है। जिस लिबास नूं देख के, ये गल बड़ी मैं कौड़े शब्द कह रहा, जिस लिबास नूं देख के लोग कहते सन परवाह नहीं, कौन सच्ची मुच्ची डर लगन लग पिया जी, क्योंकि जबान तो की बोलेगा। जे ये शब्द वरतां, मैं एक दिन पाठ करद्या क्या, जे असी पाठ तो करते नहीं, मत्था टेकिया सिर्फ पाठ नहीं किया, तो मैं गुरु ग्रंथ साहब तो बिना नहीं मानता। चेते रखियो, जे पाठ नहीं किया मैं गुरु ग्रंथ साहब तो बिना किसी को मानता, वो भी खंगता का रूप धारण कर जाता है। महाराज ने कहा एको एक सह कह सब कोई हौमै गर्भ भी आपे। असीं कहने एक जपो एको जप एको सलाह पढ़ने, एक नू जप एक तू ही, पर गुरु साहब कहते जदों एक नू जपे ही नहीं। मेरे इस नुकते नू सुनियो, जे मैं एक दी बंदगी नहीं की, सिर्फ हौमे च ढंडोरा पिट्टी जाना एक तो बिना, गुरु साहब कहते खौमे दे मारिया तू एक नाल किहड़ियां गल्लां कीतियां। एको एक है सब कोई खौमे गर्भ व्यापे। संत दी रहत की है, क्योंकि बाणी अंदरली बाहरली रहत दसदे। हुण कई सज्जन कहना बाहर दी रहत कोई नहीं दसी, बिल्कुल दसी। बाबा होर खाना खुशी खुआर जित खादा तन पीड़िया मन में चला विकार। दो गल्लां कहियां इत्थे, कहना ओ खाना खाई जिहदे नाल तेरा शरीर रोगी ना होवे, ते ओ खाना वैगुरू ओ खाना ना खाई जिहदे नाल तेरा शरीर रोगी हो जाए। ओ खाना खाई जिहदे नाल अन्न नाल तेरे अंदर फुरने माड़े ना बन। भाई साहब सुनियो, अन्न दे कोई एक हिस्सा थोड़ा है, अन्न तो 4-5 पड़ावां चों निकलदा। बाबा होर खाना कोई, हालांकि उत्थे खाण दा अर्थ बहुत हो रहे, उत्थे रोटी नहीं, उत्थे सब रस मिठा मन्निया सुनिया सालोने खड़ तुलसी मुख बोलना मारन नाद किए 36 अमृत पाओ एक जां को नदर करे। बाबा होर खाना खुशी खुआर जित खादा तन पीड़ी है, ये पिछे नहीं लगना। सच्ची भाई साहब मैनू भी रोकते पे अजकल भी आ जी है ना बड़ी भैड़ी जे, ये पहला डाइनिंग टेबल से पिया सब कुछ खाई जाती है, रात को सारा दिन तुरया फिर या बाथरूम चलिया फिरदा। तो बाबा जी कहते तू समझ जिदे खाना रात तू सौ नहीं सकना क्यों खाना पिया, तन पीड़ है, ढिड पीड़ तेनू होंदी पई है, सिर पीड़ तेनू होंदी पई है, ब्लड प्रैशर तेरा वध गया, शुगर तेरी वध गई है, तो जीभ ने की करना, ये तो आले च पई है, इनू पीड़ थोड़ा होंदी।
ਵੇਖੋ गुरु साहब ने शब्द ਜਿਹੜੇ ਵਰਤੇ, ਜਿਤ ਖਾਧੈ ਤਨ ਪੀੜੀਐ। ਇਹ ਗੱਲ ਹੋਰ ਚੇਤੇ ਰੱਖੀ, ਮਨ ਮੈਂ ਚੱਲੈ ਵਿਕਾਰ। ਇਸ ਮੈਂ ਤਾਂ ਲਿਆ ਤਨ ਤੇ ਮਨ ਕਿਉਂ ਕਿਹਾ ਭੋਜਨ ਨਾਲ? ਤਨ ਪੀੜੀਐ ਕਿਉਂਕਿ ਜਿਹੜਾ ਅੰਨ ਹੈ ਨਾ ਜੀ, ਇਹਦੇ 4-5 ਪੜਾਅ ਨੇ। ਪੁਰਾਣੇ ਗੁਰਸਿੱਖ ਅੱਜ ਵੀ ਕਈ ਹੈਗੇ ਨੇ ਜੀ, ਉਹ ਕੀ ਕਰਦੇ ਸਨ, ਜਿਵੇਂ ਸੰਗਤ ਇਕੱਠੀ ਹੋਣੀ ਨਾ ਜੀ, ਤੇ ਦਾਲ ਦੇ ਦੇਣੀ ਚੁਣਨ ਵਾਸਤੇ। ਪਹਿਲਾਂ ਦਾਲ ਹੱਥਾਂ ਨਾਲ ਚੁਣਦੇ ਸਾਂ। ਇਹ ਗੱਲ ਕਹਿਣੀ, ਹਰ ਦਾਣੇ ਤੇ ਮੂਲ ਮੰਤਰ ਦਾ ਪਾਠ ਕਰਨਾ। ਇਹ ਬਾਬਾ ਅਤਰ ਸਿੰਘ ਕਰਾਉਂਦੇ ਹੁੰਦੇ ਸਨ। ਚੱਕੀ ਚੱਲਦੀ ਸੀ। ਹਾਂ, ਇੱਕ ਕਣਕ ਦੇ ਜਿਹੜਾ ਆਟਾ ਰੋਜ਼ ਹੀ ਪੀਂਦੀਆਂ ਸਨ ਬੀਬੀਆਂ, ਉਹਨਾਂ ਸਾਰੀਆਂ ਇਕੱਠੀਆਂ ਹੋ ਜਾਣਾ, ਇੱਕ ਇੱਕ ਦਾਣੇ ਤੇ ਮੂਲ ਮੰਤਰ ਦਾ ਪਾਠ ਕਰਨਾ। ਉਹ ਕਿਉਂ ਕਰਾਉਂਦੇ ਸਨ? ਕਿਉਂਕਿ ਅੰਨ ਦਾ ਸਭ ਤੋਂ ਬਰੀਕ ਜਿਹੜੀ ਐਨਰਜੀ ਉਹ ਮਨ 'ਚ ਜਾਂਦੀ ਹੈ। ਆਓ ਜੇ ਅਸੀਂ ਕਹਿੰਦੇ ਹਾਂ ਜੈਸਾ ਅੰਨ ਤੈਸਾ ਮਨ, ਸ਼ਾਸਤਰ ਕਹਿੰਦਾ ਹੈ ਅੰਨ ਦੇ ਪਹਿਲਾ ਹਿੱਸਾ ਬਣਦਾ ਹੈ ਸਾਡੀ ਜੀਭ ਦਾ ਸਵਾਦ। ਦੰਦ ਕੱਟਦੇ ਨੇ, ਜੀਭ ਸਵਾਦ ਲੈਂਦੀ। ਇੱਕ ਹਿੱਸਾ ਬਣਦਾ, ਜੇ ਭਾਈ ਸਾਹਿਬ ਤੁਸੀਂ ਦੱਸ ਰਹੇ ਸੀ, ਮਿਹਦੇ ਜਾ ਕੇ ਜਿੱਥੇ ਜਿੱਥੇ ਲੋੜ ਪੈਂਦੀ ਸਭ ਕੁਝ ਪਹੁੰਚਾ ਦਿੰਦਾ। ਇੱਕ ਤਾਂ ਐਨਰਜੀ ਹੋ ਗਈ ਜਮਾ। ਦੂਜਾ ਅੰਨ ਦਾ ਹਿੱਸਾ ਬਣਦਾ ਹੈ ਮਲ, ਉਹ ਖਾਰਜ ਹੁੰਦੀ ਰੋਜ਼, ਉਹ ਵੀ ਤਾਂ ਅੰਨ ਚੋਂ ਨਿਕਲੀ ਹੈ ਨਾ। ਤੀਜਾ ਹਿੱਸਾ ਬੜਾ ਸੂਖਸ਼ਮ ਹੈ। ਜਿਹੋ ਜਿਹਾ ਅੰਨ ਖਾਧਾ ਹੈ ਉਹੋ ਜਿਹਾ ਸਰੀਰ ਵੀ ਜਾਣਾ, ਨਾੜਾਂ 'ਚ ਇੰਟਰਨਲ ਪਾਰਟ ਉਹ ਕੁਝ ਪਹੁੰਚਾਉਣਗੇ। ਉਸ ਤਰ੍ਹਾਂ ਮਲ ਬਣਨਾ, ਮਲ ਖਾਰਜ ਹੋਣਾ। ਤੀਜਾ ਹਿੱਸਾ ਹੈ ਅੱਤ ਦਾ ਸੂਖਸ਼ਮ, ਜਿਹੜਾ ਦਿਸਦਾ ਨਹੀਂ, ਉਹ ਅੰਨ ਵਿੱਚੋਂ ਵਿਚਾਰ ਨੂੰ ਜਨਮ ਦਿੰਦਾ ਹੈ। ਇੱਥੇ ਬਾਬਾ ਜੀ ਨੇ ਇਕੱਲਾ ਹੀ ਨਹੀਂ ਕਿਹਾ ਤਨ ਪੀੜੀ ਹੈ, ਨਾਲ ਕਿਹਾ ਮਨ ਮੈਂ ਚਲਾ ਵਿਕਾਰ। ਜੇ ਤਾਮਸੀ ਭੋਜਨ ਖਾਧਾ ਹੈ, ਉਸ ਭੋਜਨ ਨੇ ਤੇਰੇ ਅੰਦਰ ਨੂੰ ਅੰਮ੍ਰਿਤ ਵੇਲੇ ਨਿਤਨੇਮ 'ਚ ਨਹੀਂ ਟਿਕਣ ਦੇਣਾ। ਹੁਣ ਜੇ ਅਸੀਂ ਕਹਿੰਦੇ ਬਾਬਾ ਜੀ ਨੇ ਕਹਿ ਦਿੱਤਾ, ਹੁਣ ਸਾਡੇ ਸਭ ਕੁਝ ਖਾਈ ਜਾਂਦੇ ਆ ਤੇ ਗੇੜੇ ਦੇ ਗੇੜੇ ਦਿੰਦੇ ਆ। ਹੁਣ ਕਰੀਏ ਕਿ ਗੁਰਦੁਆਰਿਆਂ ਜਿੰਨਾ ਜੀਵ ਰਸ ਹੁੰਦਾ ਇਹਨਾਂ ਕਿਤੇ ਹੈ ਹੀ ਨਹੀਂ। ਉਹ ਮੈਂ ਇਸ਼ਤਿਹਾਰ ਪੜ੍ਹਨਾ ਨੇ ਜੀ, ਅੱਜ ਫਲਾਣੇ ਵੱਲੋਂ ਜਲੇਬੀਆਂ ਦਾ ਲੰਗਰ ਹੈ ਜੀ, ਫਲਾਣੇ ਨੇ ਗੋਲ ਗੱਪੇ ਦੇਣੇ ਨੇ। ਉਹ ਗੁਰਮੁਖੋ ਕਦੀ ਇਹ ਵੀ ਲਿਖ ਕੇ ਲਾ ਦਿਓ, ਅੱਜ ਫਲਾਣੇ ਸਿੰਘ ਨੇ ਆਉਣਾ ਤੇ 2 ਘੰਟੇ ਸਿਮਰਨ ਹੋਣਾ ਹੈ। ਸਟਾਰ ਸਾਰੇ ਖਾਲੀ ਹੋ ਜਾਣਗੇ ਸਟਾਰ। ਮੇਰੀ ਇਹ ਹਾਸੇ 'ਚ ਨਾ ਜਾਇਓ, ਗੁਰਮੁਖੋ ਸੱਚੀ ਹੈ, ਇਹ ਗੁਰਮਤ ਹੈ ਜੀ। ਉਂਝ ਕੋਈ ਸ਼ੱਕ ਨਹੀਂ ਕਿ ਗੁਰੂ ਘਰ ਵਿੱਚ ਰਸ ਅੰਮ੍ਰਿਤ ਖੀਰ ਘਿਆਲੀ ਨਿਤ ਰਸੋਈ ਤੇਰੀ ਹੈ, ਘਿਓ ਮੈਦਾ ਖਾਣ। ਪਰ ਸਭ ਤੋਂ ਬਰੀਕ ਦੱਸੋ, ਗੁਰੂ ਨਾਨਕ ਸਾਹਿਬ ਤੋਂ ਸਮਰੱਥ ਕੋਈ ਹੋ ਸਕਦਾ? ਅਸੀਂ ਕਹਿੰਦਾ ਬਾਬਾ ਮੇਰੇ ਸਭ ਤੋਂ ਸਮਰੱਥ। ਮਲਕ ਭਾਗੋ ਤਰਲੇ ਮਾਰ ਕੇ ਕਹਿੰਦਾ ਇੱਕ ਪੂੜੀ ਖਾ ਲਓ, ਕੜਾਈ ਖਾ ਲਓ, ਮੇਰੀ ਇੱਜ਼ਤ ਰਹਿ ਜੂ ਬਰਾਦਰੀ 'ਚ। ਬਾਬਾ ਜੀ ਕਹਿੰਦੇ ਮੈਂ ਨਹੀਂ ਖਾਣਾ। ਉਹ ਕਹਿੰਦਾ ਵੀ ਖਾਣ 'ਚ ਕੀ ਹੈ? ਇੱਕ ਬੁਰਕੀ ਗਈ ਅੰਦਰ, ਕਹਿਣ ਲੱਗੇ ਮਲਕ ਭਾਗੋ ਕਿੱਕਰ ਦੇ ਬੀਜ ਨੂੰ ਹੱਥਾਂ 'ਚ ਮਲੀਏ ਤੇ ਕੰਡੇ ਬੀਜ ਨਹੀਂ ਹੁੰਦੇ, ਬੀਜਣ ਤੋਂ ਬਾਅਦ ਨਿਕਲਦੇ ਆ। ਖਾਣਾ ਸੌਖਾ ਹੈ, ਸੁਰਤ ਕਰਕੇ ਜਦੋਂ ਬੰਦਗੀ ਕਰਨੀ ਹੈ ਤੰਗ ਕਰਦੇ ਆ। ਗੁਰਮੁਖੋ ਮੇਰੀ ਬੇਨਤੀ, ਕੀ ਮਰਿਆਦਾ ਨਹੀਂ? ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਆ, ਮਨ ਮੈਂ ਚਲੇ ਵਿਕਾਰ। ਅਗਲੀ ਗੱਲ ਹੋਰ ਜੇ ਜਿਹੜੀ ਬੜੀ ਖਤਰਨਾਕ ਹੈ, ਗੱਡੀ ਆ ਗਈ ਵੱਡੀ, ਉਦੋਂ ਘੋੜੇ ਸਨ ਤੇ ਬੰਦਾ ਇਸੇ ਹਉਮੈ 'ਚ ਲੋਕੀ ਮੇਰੀ ਗੱਡੀ ਵੱਲ ਵੇਖਣਗੇ। ਬਾਬਾ ਜੀ ਨੇ ਕਿਹਾ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਆ ਕਿਤੇ ਚੜ੍ਹਨਾ ਤੇਰਾ ਹੰਕਾਰ ਨਾ ਬਣ ਜਾ, ਕਿਉਂਕਿ ਇਹ ਵੀ ਮਨ ਨੂੰ ਟਿਕਣ ਨਹੀਂ ਦੇਗਾ। ਤੇਰਾ ਪਹਿਨਣਾ ਵੀ ਵਿਕਾਰ ਨਾ ਬਣ ਜਾਏ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਸੰਤ ਦੀ ਪਹਿਲੀ ਰਹਿਤ ਇਹ ਵੇ 8 ਪੈਰ ਨਿਕਟ ਕਰ ਜਾਣੇ, 8 ਪੈਰ ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣਦਾ ਹੈ, ਉਹਦੇ ਕੋਲ ਅੰਗ ਸੰਗਤਾ ਹੈ। ਪ੍ਰਭ ਕਾ ਕੀਆ ਮਿੱਠਾ ਮਨ ਹੈ। ਸੰਤ ਕਦੀ ਸ਼ਰੀਕ ਨਹੀਂ ਬਣਦਾ ਕਿ ਮੈਂ ਆਹ ਕਰ ਦਿਆਂਗਾ ਆਹ ਕਰ ਦਿਆਂਗਾ। ਉਹ ਬੰਦਗੀ ਕਰਕੇ ਵੀ ਕਹਿੰਦਾ ਨੋ, ਜੋ ਪ੍ਰਮਾਤਮਾ ਕਰੇਗਾ ਉਹ ਹੋਵੇਗਾ, ਮੈਂ ਸਮਰੱਥ ਨਹੀਂ, ਕਰਨ ਵਾਲਾ ਉਹ ਹੈ। 8 पैर निकट कर जाना, प्रभ का किया मीठा माना, एक नाम संतन आधार। संत दी रहत विच ओहदा आधार नाम है। खोए रहे सब की पगशार, संत सब दे चरनां दी धूड़ बन के रहिंदा है। मेरी बेनती है वो निमरता च रहिंदा है। दरबार साहब जाओगे ना किते 2-3 रातां रहो गुरमुखो, 2-4 रातां किते रहो। जे असली संतां दे दर्शन करने किते रात दे 9 बजे तो लैके प्रकाश होने तक दीदार करियो। वो बंदे सालां दे हुंदे आ, कोई उन्हां दे पिछे यादे चेले कोई नहीं, कोई लोक नहीं,
नहीं तुरे आउंदे आ कल्ले, क्योंकि हुण तां गुरुद्वारे मत्था टेकण दा भी हो गया ने जी काम खत्म। मैं बाबा बुढ़ा साहब की भीड़ जाना भाई साहब हर साल। जब जिस वक्त माता गंगा जी गए ना, चलो इत्थे ते प्रचारक खंडन करते हैं जी इस गल का, माता गंगा जी कदों गए जी, दिवनक विद्वान नहीं मानते। सब तो पुराना ग्रंथ जिहड़ा जन्म साखियां तो बाद आउंदा है जां नेड़े आउंदा, वो महिमा प्रकाश है। सूरज प्रकाश बाद च लिखे। ऐतकी मैं गया तो मैं पहला कभी मैं भी डरदा सा भी माता गंगा जी दो बारी गए ना असदी कहती। मैं महिमा प्रकाश पढ़िया, वो लिखा बिल्कुल पहली बार दासियां ने भोजन तैयार किया, रथ ते गए घोड़ियां नाल। वो गुरमुखो एक ब्रह्म ज्ञानी ने कह दिता गुरु क्या किधर भाजड़ पै गई, क्या सी ना शब्द। तो सच्ची मुच्ची वो सत होया जो गुरु की बड़ाली गया परिवार, गुरु क्या किधर भाजड़ पै गई। जदों माता जी वापस आए तो गुरु अर्जुन देव इन खंडन ना करिए, गुरु जी ने हर चीज़ पिंडे ते हंडा के दसिया, सिखो जिंदगी इस तरह जीनी है। उन्हें क्या गुरु क्या भाजड़ पै गई। महिमा प्रकाश कहा जाता माता जी आए, उन्हें क्या आ गल हो गई। कह लगे रथां ते चढ़ के नहीं जाईदा, अपने हथी लंगर तैयार किया, अपने हथी सब कुछ बनाया। जदों दूजी बार आप पैदल गए तो बाबा बुढ़ा साहब अस्सों के महीने सन, तो झोने चो नदीन पै कढ़ते सन, वट जिन्हों ने आप बन्ने कढ़ते होंगे सन, पता है ना जी, इतों न्याणिਆਂ नहीं पता। एक बन्ने कढ़ते सन मिट्टी पट के बाहर सड़ते जो कद्दू करना होंदा सी, है ना। एक बन्ने कढ़ते सन जो नदीन खब्बल नहीं सी हो जाए बिच, फिर उन्होंने पट के बाहर कढ़ना जी। नदीन शब्द शायद समझ, वो खब्बल नदीन कढ़ रहे सन बैठे वट ते। माता जी ने देखा, उठ के खड़े हो गए भाई साहब, नचे खुशी च। उधरों बदल चढ़िया, बदल चमकिया, नच उठे। आउंदियां सार कहते मां नूं पता हुंदा पुत्तर नूं भुख लगी है, अज मैनूं सवेर दी बहुत भुख लगी सी। जदों उन्हें भोजन खोलिया तो बुरकी तोड़ी, उन्हें तू ठाकर थोड़ा क्या, उन्हें बुरकी तोड़ के मूँह च पाई। तो इतिहास कहता माता जी ने नाल क्या, साइयां वालिओ पहुँच वालिओ कृपा करो, अरदास करो, मैं संतान ली आई खां। एक तो मुक्की मारी होते ते दूजे दो तुकां गई, मैं वो पहली बारी पढ़िया। कह लगे माँ राज मैं राज, जोग मैं जोगी, तब मैं तपीस्तर, गृहस्थ मैं भोगी। तेरे घर वो पुत्र पैदा होगा जिहड़ा राजियां दा राजा, जोगियां दा जोगी, गृहस्थियां दा गृहस्थी ते तपियां दा महान तपी होवेगा। पर उत्थे गल दस दी गुरुद्वारे किवें जाना है। मेरी बेनती तो इस ध्यान नाल सुनियो, चाहे संत होवे चाहे कोई लीडर होवे। हुण कई बारी जाने बाहर खलोते जकारे, ना ना असीं भी तुहाडे वर्गे सिख हां, इत्थे भाजड़ां पै जांदियां ने जिहड़ा हौमे च जांदा हुंदा है। मेरी बेनती है, ये हिस्टरी साडी। संत वो है जिहड़ा रब दे भै च रहिंदा है, सब दे चरनां दी धूड़ बन के रहिंदा है। 8 पैर निकट कर जाने, प्रभ का किया मीठा मन है, एक नाम संतन आधार, होए रह सब की पग शार। संत रहत सुनो मेरे भाई, उहाँ की महिमा कथन न जाए। की कथन करांगा संत बारे, क्यों जी क्यों। कह लगे मित्र सत्तर जाके एक समान है। अज तो संत संत दा वैरी है, फतेह नहीं बुलाते इस एक दूजे नूं जी, मत्थे ते त्यूड़ियां पईयां हुंदियां ने। कित्थे गुरु गोबिंद सिंह की खुशी मिलनी। संत लई मित्र ते छत्र एक बराबर है। मैं नाल निक्कियां निक्कियां उदाहरणां दे जाना। बाबा करम सिंह होती मरदान वाले, बाबा महाराज सिंह जी, बाबा ज्वाला सिंह जी हरखोवाल वाले, राड़ा साहब वाले, ये सारी संप्रदा जी पिछोकड़ जुड़ती बाबा वीर सिंह जी नाल। नौरंगाबाद वाले वीर सिंह नहीं जिन्होंने तोपां नाल मारिया खालसा फौजां ने, उदों बाद राज नहीं मिलिया, ब्रह्म ज्ञानी मारिया सी सिखां ने। ये गल बड़ी कौड़ी, पिछे अकाल तख्त साहिब ते खानपुर से रखा गया पिछले साल। उन्हों का लंगर उन्होंने दमदमे बड़े ने जी पंजाब च। बाबा वीर सिंह जी का बहुत शायद घट बंदे नूं पता है, क्योंकि असी गुरमत दे संतां दी गल करन भी तैयार नहीं। मैं उस दिन क्या सैक्रामेंटो, मैं क्या मैं किसी की गल घुमा के कह देना एक मुसलमान फकीर दी, सारे ध्यान नाल सुन लैणगे। जे मैं सिख संत की गल करांगा तो एकदम कहांगे ये साधां दा पुजारी है।
ਐਵੇਂ ਥੋੜਾ ਗੁਰੂ ਨਾਨਕ ਸਾਹਿਬ ਦੇ ਘਰ ਸੰਤ ਕੋਈ ਨਹੀਂ। ਅਡੰਬਰਦਾਰ ਵੇਖ ਵੇਖ ਕੇ ਅਸੀਂ ਪਖੰਡੀਆਂ ਨੂੰ ਵੇਖ ਕੇ ਅਸਲੀਅਤ ਤੋਂ ਅੱਖਾਂ ਮਤ ਮੀਟੀਏ। ਹੁਣ ਕਹਾਂਗੇ ਜੀ ਵੀ ਸਾਨੂੰ ਪਹਿਚਾਣ ਕਿਵੇਂ ਹੋਵੇ ਸੰਤ? ਨਾਮ ਸਿਮਰਾਂਗੇ ਪਹਿਚਾਣ ਹੋ ਜਾਣੀ ਹੈ। ਜਿਹਦੇ ਕੋਲ ਬੈਠਿਆਂ ਸੁਰਤ ਟਿਕਣ ਲੱਗ ਪਏ, ਮਨ ਵਾਸ਼ਨਾ ਤੋਂ ਮੁਕਤ ਹੋ ਜਾਏ, ਸਮਝੋ ਸੰਤ ਹੈ। ਤੇ ਜਦੋਂ ਬਾਣੀ ਕੋਈ ਨਹੀਂ ਪੜ੍ਹੀ ਤੇ ਆਪਾਂ ਨੂੰ ਪਤਾ ਹੀ ਕੀ ਹੋਣਾ। ਬਾਬਾ ਵੀਰ ਸਿੰਘ ਲੰਗਰ ਚੱਲਦੇ ਸਨ। ਗੁਰਮੁਖੋ ਸਵੇਰੇ ਹਮਲਾ ਹੋਣਾ, ਲੰਗਰ ਤਿਆਰ ਹੋ ਗਿਆ। ਇਹਨਾਂ ਦਾ ਜੀਵਨ ਇੱਕ ਤੇ ਬਹੁਤ, ਦੋ ਗ੍ਰੰਥ ਨੇ ਬਹੁਤ, ਵੀਰ ਮਰਗੇਸ਼ ਦੋ ਹਿੱਸੇ ਨੇ ਜੀ। ਇੱਕ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੀ ਕਿਤਾਬ ਲਿਖੀ ਹੈ ਬਾਬਾ ਵੀਰ ਸਿੰਘ ਨਰੰਗਾਬਾਦ, ਛੋਟੀ ਜੀ। ਮੈਂ ਤਾਂ ਕਹਿ ਦੇਣਾ ਨਾ ਵੀ ਪੜ੍ਹਨ ਦਾ ਚਾਅ ਬਣੇ। ਤੇ ਖਾਸ ਕਰਕੇ ਰਾਤ ਨੂੰ ਸੌਣ ਲੱਗਿਆਂ ਜਾਂ ਸਿਮਰਨ, ਜਿਵੇਂ ਕੱਲ੍ਹ ਮੈਂ ਕਿਹਾ ਭਾਈ ਸਾਹਿਬ ਬੈਠੇਗਾ ਰਾਤ ਤੇਰਵਾ ਕਰਦੇ ਸਾਂ ਵੀ ਲੰਮਿਆਂ ਪੈ ਕੇ ਸਿਮਰਨ ਕਰਕੇ ਸੌਂ ਕੇ ਵੇਖੀਏ। ਗੁਰਮੁਖੋ ਜਾਂ ਕਿਸੇ ਮਹਾਂਪੁਰਖ ਦੀ ਜੀਵਨੀ ਦੇ ਦੋ ਪੰਨੇ, ਪ੍ਰੇਮਾ ਭਗਤੀ। ਤੁਸੀਂ ਦੇਖੋ ਰਾਤ ਨੀਂਦ ਸੁਖ ਨਿੰਦਰਾ ਬਣ ਜਾਂਦੀ। ਉਹਨਾਂ ਨੇ ਜੀ ਲੰਗਰ ਤਿਆਰ ਕੀਤਾ। ਉਹ ਕਿਹਾ ਗਿਆ ਵੀ ਆਪਾਂ ਮੁਕਾਬਲਾ ਕਰਨਾ ਹੈ। ਬਾਬਾ ਵੀਰ ਸਿੰਘ ਦੀ ਵੇਖੋ ਗੁਰਮੁਖੋ, ਆ ਅਜੇ ਸੰਤ ਕਹਿਣ ਲੱਗੇ ਕਿਹਨੂੰ ਮਾਰਨ ਤੁਰਾਂਗਾ, ਆਪਣੀ ਤੇ ਮਾਰਨ ਹੁੰਦੇ ਪਏ ਨੇ। ਸਾਰੀ ਰਾਤ ਲਾਂਗਰੀਆਂ ਲੰਗਰ ਪਕਾਇਆ, ਹਜ਼ਾਰਾਂ ਦੀ ਸੰਗਤ ਲੰਗਰ ਛਕ ਜਾਏ। ਉਹਨਾਂ ਕਿਹਾ ਬਾਬਾ ਜੀ ਲੰਗਰ ਦੀ ਪਈ ਹੈ, ਸਵੇਰੇ ਮਾਰਨਾ ਉਹਨਾਂ ਸਾਨੂੰ। ਕਹਿਣ ਲੱਗੇ ਮੇਰੇ ਜਿਉਂਦੇ ਜੀ ਇੱਥੋਂ ਕਦੀ ਲੰਗਰ ਤੋਂ ਖਾਲੀ ਨਹੀਂ ਗਿਆ। ਕੱਲ ਨੂੰ ਮੇਰੇ ਮਾਰਨ ਤੋਂ ਬਾਅਦ ਭੁੱਖ ਲੱਗੀ ਹੋਵੇ ਤੇ ਲੰਗਰ ਤੋਂ ਬਿਨਾਂ ਨਾ ਜਾਣ। ਗੋਲਾ ਵੱਜਿਆ ਸੀ ਜੋ ਉਹਨੂੰ ਪੱਟ 'ਚ ਗੋਲਾ ਮਾਰਿਆ ਸਿੱਧਾ ਬਾਬਾ ਵੀਰ ਸਿੰਘ ਨੂੰ, ਕਿਉਂਕਿ ਡੋਗਰੇ ਸਨ ਵਿੱਚ ਨਾ। ਗੋਲਾ ਮਾਰਿਆ, ਬਾਬਾ ਵੀਰ ਸਿੰਘ ਦਾ ਪੱਟ ਉੱਡਿਆ। ਉਹਨਾਂ ਨਾਲ ਰਬਾਬੀ ਨੂੰ ਕਿਹਾ ਸ਼ਬਦ ਸ਼ੁਰੂ ਕਰ, ਕੀਰਤਨ ਸ਼ੁਰੂ ਕਰ। ਉਹ ਕਹਿਣ ਲੱਗਾ ਬਾਬਾ ਜੀ ਸਾਜ਼ ਨਹੀਂ। ਕਹਿਣ ਲੱਗੇ ਅੰਤਲੇ ਸਮੇਂ ਕੀਰਤਨ ਸਾਜ਼ ਦਾ ਮਸਾਦ ਨਹੀਂ ਹੁੰਦਾ, ਤੂੰ ਬਸ ਗਾਉਣਾ ਸ਼ੁਰੂ ਕਰ ਦੇ। ਗੁਰਮੁਖੋ ਨਾ ਕੀਰਤਨ ਕਰਦਿਆਂ ਕਰ ਸੁਣਦਿਆਂ ਸਵਾਦ ਛੱਡੇ ਸਨ। ਇਹ ਸੰਤ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ। ਮਿਹਨਤ ਕਰੋ ਬੜੇ ਲੱਭਣਗੇ। ਮੈਂ ਆਪ ਨੂੰ ਫਿਰ ਅਰਜ਼ ਕਰਾਂਗਾ, ਸੰਤ ਹੈ ਮਿੱਤਰ ਸ਼ਤਰ ਜਾ ਕੇ ਏਕ ਸਮਾਨ ਹੈ, ਪ੍ਰਭ ਆਪਣੇ ਬਿਨ ਅਵਰ ਨ ਜਾਣੇ। ਕੋਟ ਕੋਟ ਅਗ ਕਾਟਨ ਹਾਰਾ, ਸੰਤ ਚ ਇੰਨੀ ਤਾਕਤ ਹੈ ਕਿ ਨਜ਼ਰ ਭਰ ਕੇ ਦੇਖੇ ਕਰੋੜਾਂ ਜਨਮਾਂ ਦੇ ਪਾਪੀ ਬੰਦੇ ਦੇ ਪਾਪ ਕੱਟ ਦਿੰਦਾ ਹੈ। ਦੁੱਖ ਦੂਰ ਕਰਨ ਅਗਲੀ ਤੁਕ ਬੜੀ ਡੂੰਗੀ, ਜੀ ਕੇ ਦਾਤਾਰਾ। ਜੀ ਦਾਨ ਮਹਾਂਪੁਰਖ ਦੇ ਸਕਦਾ ਹੈ। ਪਾਣੀ ਤਾਂ ਹਰ ਕੋਈ ਪਿਆ ਸਕਦਾ, ਪਰ ਬਾਣੀ ਕਮਾਈ ਵਾਲਾ ਪਿਆ ਸਕਦਾ ਹੈ। ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਅਗਲੀ ਸੂਰਬੀਰ बचन के बली। ये है संत रहत सुनो मेरे भाई, ये संत खालसा है। महाराज कहें सूरबीर बचन के बली, कौला बपरी संती शली। बाकी विचार मैं कल नूं करांगा, क्योंकि आप अज लड़ी ट्रैक बन गया है। कल नूं मेरी इच्छा है, क्योंकि आप मतलब कथा करनी। पर मेरी फिर अर्ज है, जो भाई साहब ने कहा साडा इक्को बेनती, जे धड़ेबंदी खत्म करो, कलियां कलियां नूं मारनगे। ਤੁਸੀਂ ਸਭ ਕੁਝ, ਸਾਨੂੰ ਸਭ ਪਤਾ ਹੈ ਉੱਥੇ ਕੀ ਕੁਝ ਹੁੰਦਾ ਹੈ। ਜਿੱਦਣ ਤੁਸੀਂ ਇੱਕ ਹੋ ਗਏ ਨਾ, ਇੱਕ ਨਿਸ਼ਾਨਾ, ਇੱਕ ਕੌਮ ਹੋ ਜਾਏ, ਉਹ ਗੁਰਮੁਖੋ ਬਾਹਰ ਵਾਲੀ ਇੱਕ ਹੋ ਜਾਓ। ਮੇਰੇ ਮਨ 'ਚ ਇੱਕ ਦਿਨ ਆਇਆ, ਜਿਹੜੇ ਬੰਦੇ ਸੇਵਾ ਕਰ ਰਿਹਾ, ਇੱਕ ਸੂਰਤਾ, ਇੱਕ ਸਰਤਾ ਹੀ ਨਹੀਂ ਹੈਗੀ। ਇੱਕ ਬੰਦਾ ਖੂਨਦਾਨ ਕਰ ਰਿਹਾ, ਦੂਜਾ ਉਹਦੇ ਨਾਲ ਪਿੰਡ। ਉਹ ਗੁਰਮੁਖੋ ਇੱਕੋ ਚੀਜ਼ ਸਾਰੇ ਇੱਕੋ ਕਿਉਂ ਕਰੀ ਜਾਂਦੇ ਆ? ਕਿੰਨਾ ਚੰਗਾ ਹੋਵੇ ਭਗਤੀ ਭਾਵਨਾ ਵਾਲਿਆਂ ਦੀ ਇੱਕ ਲੜੀ ਬਣੀ ਹੋਵੇ। ਰਵੋ ਵੱਖ ਵੱਖ, 12 ਮਿਸਲਾਂ ਕੀ 65 ਜਥੇ ਬਣਾ ਕੇ ਰਵੋ, ਪਰ ਸੋਚ ਤੁਹਾਡੀ ਇੱਕ ਹੋਵੇ। ਮਿਸਲਾਂ ਸਨ, ਉਹਨਾਂ ਕਿਹਾ ਰਵੋ ਵੱਖਰੇ ਵੱਖਰੇ ਇਲਾਕੇ। ਪੰਜਾਬ ਤੇ ਕੀਤਾ ਹੋਇਆ ਹਮਲਾ ਪੰਥ ਤੇ ਹੋਵੇਗਾ, ਹਰਮੰਦਰ ਤੇ ਕੀਤਾ ਹਮਲਾ ਪੰਥ ਤੇ ਹੋਵੇਗਾ, ਉਦੋਂ ਸਾਰੇ ਇੱਕ ਹੋਵਾਂਗੇ। ਹਕੂਮਤ ਨੇ ਇਹੋ ਜਿਹਾ ਵੰਡਿਆ ਸੀ, ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ। ਸਤਿਗੁਰੂ ਕਿਰਪਾ ਕਰੇ ਸਾਡੀਆਂ ਭੁੱਲਾਂ 'ਚ ਨਾ ਚਿਤਾਰਿਓ ਜੀ। ਆਓ ਨਾਮ ਜਪੀਏ, ਕੱਲ੍ਹ ਨੂੰ ਫਿਰ ਆਪਾਂ ਇਕੱਠੇ ਹੋਵਾਂਗੇ ਜੀ।